ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5 ਸੰਸਕਾਰ ਜੋ ਸ਼ਰਵਣ ਕੀਤੇ ਹਨ ਹੁਣ ਤੱਕ। ਹੁਣ ਉਸ ਤੋਂ ਬਾਅਦ ਜੋ ਪਾਠ ਮਰਿਆਦਾ ਹੈ, ਸਾਰੀ ਪਾਠ ਕਿਵੇਂ ਕਰਨੇ ਨੇ। ਸੋ ਮਹਾਂਪੁਰਖਾਂ ਨੇ ਜਿਵੇਂ ਲਿਖਿਆ, 10ਵੇਂ ਪਾਤਸ਼ਾਹ ਮਹਾਰਾਜ ਜਿਵੇਂ ਕਿਰਪਾ ਕੀਤੀ ਆ, ਸੀਨੇ ਪਸੀਨੇ ਮਰਿਆਦਾ ਚਲੀ ਆ ਰਹੀ ਹੈ। ਸ਼ਰਵਣ ਕਰਦੇ ਹਾਂ ਪਾਠ ਮਰਿਆਦਾ। ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਧਰਤੀ ਦੀ ਪੁਕਾਰ ਸੁਣ ਕਰਕੇ ਤੇ ਦੁਨੀਆ ਦੇ ਤਾਈਂ ਸਿੱਧੇ ਰਸਤੇ ਲਾਉਣ ਵਾਸਤੇ, ਮੁਕਤੀ ਦਾ ਸ੍ਰੇਸ਼ਟ ਰਸਤਾ ਦੱਸਣ ਵਾਸਤੇ, ਪਾਪੀਆਂ ਨੂੰ ਪਵਿੱਤਰ ਕਰਨ ਵਾਸਤੇ, ਗਰੀਬਾਂ ਦੀ ਰੱਖਿਆ ਕਰਨ ਵਾਸਤੇ, ਭਗਤਾਂ ਦੀ ਸਹਾਇਤਾ ਕਰਨ ਵਾਸਤੇ, ਧਰਮ ਦਾ ਰਾਜ ਚਲਾਉਣ ਵਾਸਤੇ, ਸ਼ੁਭ ਗੁਣਾਂ ਨੂੰ ਪ੍ਰਚੁਰ ਕਰਨ ਵਾਸਤੇ ਅਤੇ ਜ਼ਾਲਮਾਂ ਤੇ ਪਾਪਾਂ ਨੂੰ ਨਾਸ਼ ਕਰਨ ਵਾਸਤੇ, ਧਰਤੀ ਦਾ ਭਾਰ ਉਤਾਰਨ ਵਾਸਤੇ ਵਾਹਿਗੁਰੂ ਅਕਾਲ ਪੁਰਖ ਨੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆਓ। ਇਹ ਅੰਗ 1395 ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ ਪੰਕਤੀ। ਸੰਸਾਰ ਤੇ ਸ੍ਰੀ ਗੁਰੂ ਨਾਨਕ ਰੂਪ ਹੋ ਕਰਕੇ ਸਿੱਖੀ ਦਾ ਪੰਥ ਚਲਾਇਆ ਤੇ 10 ਰੂਪ ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਸੱਤੇ ਬਲਵੰਡੇ ਦੀ ਵਾਰ ਵਿੱਚ 967 ਅੰਗ ਤੇ ਪੰਕਤੀ ਰਾਮਕਲੀ ਦੀ ਤੀਜੀ ਵਾਰ ਵਿੱਚ ਆਉਂਦੀ ਹੈ। ਸੋ ਇਸ ਰੂਪ ਧਾਰ ਕੇ ਸ੍ਰਿਸ਼ਟੀ ਨੂੰ ਸਿੱਧੇ ਰਸਤੇ ਲਾਇਆ। ਸਤਿਗੁਰੂ ਨੇ ਸਿੱਖਾਂ ਦੇ ਤਾਂ ਹੀ ਜੋ ਉਪਦੇਸ਼ ਦਿੱਤੇ, ਗੁਣ ਦਿੱਤੇ, ਮਰਿਆਦਾ ਦਸੀਆਂ, ਸੰਸਕਾਰ ਦੱਸੇ। ਸਭ ਇਸ ਸੰਸਕਾਰ ਤੇ ਪਰਮਾਰਥ ਦੋਵੇਂ ਹੀ ਕਾਰਜ ਸਿੱਧ ਹੋ ਜਾਂਦੇ ਨੇ। ਐਸੀ ਸਤਿਗੁਰੂ ਨੇ ਕਿਰਪਾ ਕੀਤੀ ਹੈ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਵਾਰ ਫਰਮਾਇਆ ਸੀ ਕਿ ਜੋ ਵੀ ਸ਼ੁਭ ਗੁਣ ਹਨ ਉਹ 10ਵੇਂ ਸਰੂਪ ਤੱਕ ਸਾਰੇ ਹੀ ਸਿੱਖਾਂ ਨੂੰ ਬਖਸ਼ ਦਿਆਂਗੇ। ਤੇ ਸਤਿਗੁਰਾਂ ਨੇ ਸਿੱਖਾਂ ਦੇ ਤਾਂ ਹੀ ਹਸੰਦਿਆਂ, ਖੇਲੰਦਿਆਂ, ਪਹਿਨੰਦਿਆਂ, ਖਾਵੰਦਿਆਂ ਵਿੱਚੇ ਹੋਵੇ ਮੁਕਤ 522 ਅੰਗ ਦੇ ਉੱਤੇ ਉਚਾਰਨ ਕੀਤਾ ਹੈ। ਇਹ ਦਾਤ ਬਖਸ਼ਿਸ਼ ਕੀਤੀ। ਸਤਿਗੁਰਾਂ ਨੇ ਜੋ ਵੀ ਸਿੱਖਿਆ ਸਿੱਖਾਂ ਦੇ ਤਾਂ ਹੀ ਦੱਸੀ ਹੈ। ਉਹ ਪਹਿਲੋਂ ਆਪ ਕਮਾ ਕੇ ਤੇ ਫਿਰ ਸਿੱਖਾਂ ਦੇ ਤਾਂ ਹੀ ਧਾਰਨ ਵਾਸਤੇ ਉਪਦੇਸ਼ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਨੇ 239 ਵਰੇ ਲਾਏ ਨੇ ਇਹ ਸਾਰੀ ਮਰਿਆਦਾ ਬਣਾਉਣ ਨੂੰ। ਜਿਵੇਂ ਨਾਮ, ਦਾਨ, ਇਸ਼ਨਾਨ, ਸੇਵਾ, ਵਿਰਾਗ, ਨਿਰਲੇਪਤਾ, ਪ੍ਰੇਮ, ਅਦਬ, ਹੁਕਮ ਮੰਨਣਾ, ਭਾਣਾ ਮੰਨਣਾ, ਸ਼ਹੀਦੀ ਪ੍ਰਾਪਤੀ, ਸਾਰੇ ਸੰਸਕਾਰ, ਜਨਮ, ਅੰਮ੍ਰਿਤ, ਸ਼ਾਦੀ, ਮ੍ਰਿਤਕ, ਗੁਰਮਰਿਆਦਾ ਅਨੁਸਾਰ ਕਰਨੇ, ਹੋਰ ਅਨੇਕਾਂ ਗੁਣ ਹਨ ਜੋ ਸਤਿਗੁਰਾਂ ਨੇ ਪਹਿਲੋਂ ਕਮਾਏ ਤੇ ਫਿਰ ਸਿੱਖਾਂ ਦੇ ਤਾਂ ਹੀ ਉਪਦੇਸ਼ ਦਿੱਤਾ। ਤਾਂ ਹੀ ਸਿੱਖ ਉਹਨਾਂ ਪੂਰਨਿਆਂ ਤੇ ਚੱਲ ਰਹੇ ਨੇ। ਸਤਿਗੁਰਾਂ ਨੇ ਪੰਚਮ ਸਰੂਪ ਵਿੱਚ ਹੋ ਕੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਾਏ ਤੇ ਭਾਦਰੋਂ ਸੁਦੀ ਏਕਮ ਸੰਮਤ 1661 ਨੂੰ ਪਹਿਲਾ ਪ੍ਰਕਾਸ਼ ਕੀਤਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ। ਦੁਬਾਰਾ ਸ੍ਰੀ ਦਮਦਮਾ ਸਾਹਿਬ ਵਿਖੇ ਪਾਤਸ਼ਾਹ ਜੀ ਨੇ ਉਚਾਰ ਕੇ ਆਪ ਮੁੱਖੋਂ ਸਾਰੀ ਬਾਣੀ ਉਚਾਰੀ, ਅੰਤਰਜਾਮਤਾ ਨਾਲ ਭਾਈ ਮਨੀ ਸਿੰਘ ਤੋਂ ਲਿਖਾਏ ਤੇ ਸ੍ਰੀ ਹਜੂਰ ਸਾਹਿਬ ਜੋਤੀ ਜੋਤ ਸਮਾਉਣ ਵਕਤ ਗੁਰਤਾ ਗੱਦੀ ਕੱਤਕ ਸੁਦੀ 2 ਸੰਮਤ 1765 ਨੂੰ ਬਖਸ਼ ਦਿੱਤੀ ਤੇ ਬਚਨ ਕੀਤਾ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਸੋ ਐਸੀ ਧੁਰਕੀ ਬਾਣੀ ਦੇ ਪਾਠਾਂ ਦੀ ਮਰਿਆਦਾ ਮਹਾਰਾਜ ਜੀ ਨੇ ਦੱਸੀ ਹੈ। ਸੋ ਜੇ ਸਤਿਗੁਰਾਂ ਨੇ ਆਪ ਪਹਿਲਾਂ ਸਰੂਪ ਹੋ ਕੇ ਅੱਗ ਦੇ ਉਦਾਲੇ ਪ੍ਰਕਰਮਾਂ ਨਹੀਂ ਕੀਤੀਆਂ ਤਾਂ ਸਿੱਖਾਂ ਨੇ ਵੀ ਸਤਿਗੁਰਾਂ ਦਾ ਹੁਕਮ ਮੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈ ਕੇ ਆਦਿ ਕਾਰਜ ਕੀਤੇ ਸਾਰੇ। ਜੇ ਆਪ ਵੀ ਸਾਰੇ ਸਰੂਪ ਧਾਰ ਕੇ ਸੇਵਾ ਕਰਦੇ ਰਹੇ, ਹੁਕਮ ਮੰਨ ਕੇ ਗੁਰਿਆਈ ਪ੍ਰਾਪਤ ਕੀਤੀ ਤਾਂ ਸਿੱਖ ਵੀ ਸੇਵਾ ਵਿੱਚ ਦਿਨ ਰਾਤ ਜੁਟੇ ਰਹਿੰਦੇ ਹਨ। ਜੇ ਪੰਚਮ ਸਰੂਪ ਹੋ ਕੇ, 9ਵਾਂ ਸਰੂਪ ਹੋ ਕੇ ਸ਼ਹੀਦੀ ਦਿੱਤੀ ਤਾਂ ਸਿੱਖ ਵੀ ਆਰਿਆਂ ਤੋਂ, ਉਬਲਦੀਆਂ ਦੇਗਾਂ ਤੋਂ, ਚਰਖੜੀਆਂ ਆਦਿ ਤੋਂ ਨਹੀਂ ਡਰੇ। ਇਸ ਤੋਂ ਬਾਅਦ ਅਨੇਕਾਂ ਗੁਣ ਜੋ ਸਿੱਖਾਂ ਦੇ ਤਾਂ ਹੀ ਸਤਿਗੁਰਾਂ ਨੇ ਬਖਸ਼ੇ ਨੇ ਅਤੇ ਮੌਕੇ ਮੌਕੇ ਦੀ ਬਾਣੀ ਉਸ ਸਮੇਂ ਦੀ ਸਫਲਤਾ ਲਈ, ਮੁਕਤੀ ਲਈ, ਜਿਵੇਂ ਅੰਮ੍ਰਿਤ ਵੇਲੇ ਦੀ ਬਾਣੀ ਹੈ, ਰਹਿ ਰਾਸ ਸ਼ਾਮ ਦੀ ਵੇਲੇ ਦੀ ਬਾਣੀ ਹੈ, ਰਾਤ ਨੂੰ ਪੜ੍ਹਨ ਲਈ, ਕੀਰਤਨ ਸੋਹਲਾ, ਸਵਾਸ ਸਵਾਸ ਭਜਨ ਵਾਸਤੇ, ਸੁਖਮਨੀ ਸਾਹਿਬ ਦਾ ਪਾਠ ਹੈ, ਮੂਲ ਮੰਤਰ ਦਾ ਅਭਿਆਸ ਹੈ, ਵਾਹਿਗੁਰੂ ਮੰਤਰ ਦਾ ਅਭਿਆਸ ਹੈ, ਮਹੀਨੇ ਸਫਲ ਕਰਨ ਵਾਸਤੇ 12 ਮਾਹ ਦੇ ਮੌਕੇ ਹੈ ਤੇ ਸਾਰੇ ਕਾਰਜਾਂ ਵਾਸਤੇ ਬਾਣੀ ਹੈ, ਦਿਨ ਰਹਿਣ ਬਾਣੀ ਹੈ, ਦਿਨ ਰਾਤ ਸਫਲ ਕਰਨ ਨੂੰ 7 ਦਿਨਾਂ ਵਾਸਤੇ ਬਾਣੀ ਉਚਾਰਨ ਕਰ ਦਿੱਤੀ। ਉੱਥੇ ਸੰਸਾਰੀ ਕਾਰਜ ਸਿੱਧ ਕਰਨ ਵਾਸਤੇ ਗੁਰਮਤਿ ਸੰਸਕਾਰਾਂ ਦੀ ਦਾਤ ਵੀ ਬਖਸ਼ਿਸ਼ ਕੀਤੀ ਹੈ, ਜਿਸ ਵਿੱਚ ਦੋਵੇਂ ਗੁਣ ਨੇ। ਇੱਕ ਸੰਸਾਰ ਦੇ ਕਾਰਜਾਂ ਦੀ ਮਰਿਆਦਾ ਪੂਰੀ ਹੋ ਜਾਂਦੀ ਹੈ ਤੇ ਦੂਜਾ ਪਰਮਾਰਥ ਵੀ ਸਿੱਧ ਹੋ ਜਾਂਦਾ ਹੈ। ਭਾਵ ਜੀਵ ਦੀ ਕਲਿਆਣ ਵੀ ਹੋ ਜਾਂਦੀ, ਜਿਵੇਂ ਜਨਮ ਸੰਸਕਾਰ, ਅੰਮ੍ਰਿਤ ਸੰਸਕਾਰ, ਆਨੰਦਕਾਰ ਸੰਸਕਾਰ ਤੇ ਅੰਤਮ ਸੰਸਕਾਰ। ਜਿੱਥੇ ਸਤਿਗੁਰਾਂ ਨੇ ਸੰਸਾਰੀ ਕਾਰਜ ਸਿੱਧ ਕਰਨ ਵਾਸਤੇ ਗੁਰਮਤਿ ਸੰਸਕਾਰ ਬਖਸ਼ੇ ਨੇ, ਉੱਥੇ ਦੁੱਖਾਂ, ਪਾਪਾਂ, ਵਿਘਨਾਂ, ਕਲੇਸ਼ਾਂ ਆਦਿ ਦੀ ਨਿਵਰਤੀ ਵਾਸਤੇ ਤੇ ਸੁੱਖਾਂ, ਸ਼ੁਭ ਗੁਣਾਂ ਤੇ ਮੁਕਤੀ ਦੀ ਪ੍ਰਾਪਤੀ ਵਾਸਤੇ ਪਾਠਾਂ ਦੀ ਮਰਿਆਦਾ ਵੀ ਚਲਾਉਣਾ ਕੀਤੀ ਹੈ। ਜੋ ਹਰ ਕਾਰਜ ਭਾਵ ਸੰਸਕਾਰਾਂ ਤੇ ਵੀ ਕੀਤੇ ਜਾਂਦੇ ਨੇ, ਖੁਸ਼ੀ ਨਾਲ ਵੀ ਕੀਤੇ ਜਾਂਦੇ ਨੇ। ਗੁਰਬਾਣੀ ਦੇ ਅੰਦਰ ਆਪਾਂ ਜਿਹੀ ਜਿਹੀ ਭਾਵਨਾ ਕਰ ਲਈਏ, ਗੁਰਬਾਣੀ ਤਾਂ ਸਰਬ ਫਲ ਦਾਤ ਹੀ ਹੈ। ਜਿਵੇਂ ਪੈਸੇ ਨੂੰ ਚੰਗੇ ਪਾਸੇ ਲਾ ਲਓ, ਮਾੜੇ ਪਾਸੇ ਲਾ ਲਓ, ਸੁੱਟ ਦਿਓ,
ਇਹ ਪੈਸਾ ਸੰਸਾਰ ਅੰਦਰ ਬਾਣੀ ਪੜ੍ਹਦਿਆਂ ਹੋਇਆਂ ਜਿਹੋ ਜਿਹਾ ਫੁਰਨਾ ਕਰ ਲਈ। ਜੇ ਪਰਮੇਸ਼ਰ ਦੀ ਪ੍ਰਾਪਤੀ ਲਈ ਫੁਰਨਾ ਕਰਦੇ ਹਾਂ, ਬਾਣੀ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਅਵਸਥਾ ਲਈ ਫੁਰਨਾ ਕਰਦੇ ਹਾਂ, ਉਹੀ ਜਿਹੀ ਅਵਸਥਾ। ਪਦਾਰਥ ਲਈ ਫੁਰਨਾ ਕਰਦੇ ਹਾਂ, ਪਦਾਰਥ ਮਿਲ ਜਾਂਦੇ ਨੇ। ਸੋ ਇਸ ਤਰ੍ਹਾਂ ਇਹ ਤਾਂ ਆਪਣੇ ਮਨ ਦੀ ਦਸ਼ਾ ਹੈ ਕਿ ਆਪਾਂ ਨੇ ਕਹੀ ਜੀ ਮਨ ਦੀ ਦਸ਼ਾ ਬਣਾ ਕੇ ਬਾਣੀ ਪੜ੍ਹੀ, ਉਹੀ ਜਿਹੀ ਕਿਰਪਾ ਹੋ ਜਾਂਦੀ ਹੈ। ਪਾਠ ਸਤਿਗੁਰਾਂ ਦੇ ਸਿੱਖੀ ਪੰਥ ਵਿੱਚ ਅਨੇਕ ਵਿਧੀਆਂ ਦੇ ਪਾਠਾਂ ਦੀ ਮਰਿਆਦਾ ਹੈ ਜੋ ਸਤਿਗੁਰਾਂ ਨੇ ਅਤੇ ਮਹਾਰਾਜ ਜੀ ਦੇ ਨਿਕਟ ਵਰਤੀ ਸਿੰਘਾਂ ਨੇ ਚਲਾਈਆਂ। ਉਹ ਇਹ ਹਨ: ਸਧਾਰਨ ਪਾਠ, ਫਿਰ ਦੂਸਰਾ ਹੁੰਦਾ ਸਧਾਰਨ ਮਿਰਤਕ ਦਾ, ਇਸ ਖੁਸ਼ੀ ਦਾ ਸਧਾਰਨ ਪਾਠ, ਸੰਥਾ ਪੜ੍ਹਨ ਵਾਸਤੇ ਪਾਠ। ਕਿਉਂਕਿ ਸਧਾਰਨ ਪਾਠ 3 ਪ੍ਰਕਾਰ ਦੇ ਦੱਸੇ ਨੇ। ਪਹਿਲਾਂ ਤਾਂ ਮਿਰਤਕ ਦਾ ਸਹਿਜ ਪਾਠ ਹੋ ਗਿਆ, ਸਧਾਰਨ ਪਾਠ ਕਹਿੰਦੇ ਆ। ਇੱਕ ਹੁੰਦਾ ਖੁਸ਼ੀ ਨਾਲ ਕਰਨਾ, ਤਰੱਕੀ ਵਾਸਤੇ ਵੀ, ਚੜ੍ਹਦੀ ਕਲਾ ਲਈ, ਬੰਦਗੀ ਲਈ। ਇੱਕ ਹੁੰਦਾ ਸੰਥਿਆ, ਜਦੋਂ ਆਪਾਂ ਸ਼ੁਰੂ ਕਰਦੇ ਹਾਂ ਉਦੋਂ ਵੀ ਅਰਦਾਸ ਕਰਦੇ ਹਾਂ, ਸੰਥਿਆ ਸਹਿਜ ਪਾਠ ਦੀ। ਦੂਸਰਾ ਸ੍ਰੀ ਅਖੰਡ ਪਾਠ ਸਾਹਿਬ ਹੈ। ਤੀਸਰਾ ਸੰਪਟ ਪਾਠ ਹੈ। ਜੋ ਬਹੁਤ ਸਾਰੇ ਲੋਕ ਕਹਿੰਦੇ ਸੰਪਟ ਪਾਠ ਕਿੱਥੋਂ ਦੀ ਮਰਿਆਦਾ ਹੈ। ਇਹ ਜਦੋਂ 10ਵੇਂ ਪਾਤਸ਼ਾਹ ਮਹਾਰਾਜ ਜੀ ਅੰਤਮ ਸਮੇਂ ਤੇ ਸੱਚਖੰਡ ਜਾਣ ਤੋਂ 4-5 ਦਿਨ ਪਹਿਲਾਂ ਕਾਫੀ ਚੀਜ਼ਾਂ ਲਿਖਵਾਈਆਂ ਸੀ, ਕਿਉਂਕਿ ਸਿੰਘਾਂ ਨੂੰ ਪਤਾ ਸੀ ਹੁਣ ਮਹਾਰਾਜ ਨੇ ਜਾਣਾ। ਉਦੋਂ ਕਾਫੀ ਸ਼ਬਦਾਂ ਦਾ ਗਿਆਨ ਵੀ ਦਿੱਤਾ ਸੀ। ਮੁਕਤ ਮਾਰਗ ਜਿਹੜਾ ਹੱਥ ਲਿਖਤ ਕਈ ਸਿੰਘਾਂ ਕੋਲ ਪਿਆ, ਉਹਦੇ ਵਿੱਚ ਵੀ ਮਹਾਰਾਜ ਨੇ ਸਾਰੇ ਸ਼ਬਦਾਂ, ਮਹਾਰਾਜ ਜੀ ਜੇ ਆਹ ਗੱਲ ਹੋ ਜੇ ਫਿਰ ਕਿਵੇਂ ਕਰਿਆ ਕਰਾਂਗੇ, ਆਹ ਹੋ ਜੇ ਫਿਰ ਕਿਵੇਂ ਕਰਿਆ ਕਰਾਂਗੇ, ਆਹ ਗੱਲ ਹੋ ਜੇ ਫਿਰ ਕਿਹੜਾ ਪਾਠ ਕਰਾਂਗੇ। ਸੋ ਮਹਾਰਾਜ ਨੇ ਸੰਪਟ ਪਾਠ, ਅਖੰਡ ਸੰਪਟ ਪਾਠ ਇੱਕ, ਦੂਸਰਾ ਸਧਾਰਨ ਸੰਪਟ ਪਾਠ ਅਤੇ ਚੌਥਾ ਸਪਤਾਹਕ ਪਾਠ, ਪੰਜਵਾਂ ਕਥਾ ਪ੍ਰਦਾਨ ਅਰਥਾਂ ਸੰਯੁਕਤ ਅਰਦਾਸ ਕਰਨੀ। ਫਿਰ 6ਵਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ। ਦਸਮ ਗ੍ਰੰਥ ਸਾਹਿਬ ਦਾ ਅਖੰਡ ਪਾਠ ਵੀ ਹੁੰਦਾ ਤੇ ਸਹਿਜ ਪਾਠ ਵੀ ਹੁੰਦਾ, ਸਧਾਰਨ ਪਾਠ ਵੀ ਕਹਿੰਦੇ ਨੇ। ਹੁਣ ਇਹਦੇ 'ਚ ਸਮੱਗਰੀ ਕਿਹੜੀ ਵਰਤਣੀ ਹੈ? ਸਤਿਗੁਰੂ ਸਾਹਿਬ ਨੇ ਕਿਰਪਾ ਕਰਕੇ ਪਾਠਾਂ ਦੀਆਂ ਵਿਧੀਆਂ ਦੱਸੀਆਂ ਹਨ, ਉਸੇ ਨਾਲ ਪਾਠਾਂ ਦੀ ਸਫਲਤਾ ਵਾਸਤੇ ਤੇ ਕੁਝ ਸਮੱਗਰੀ ਤੇ ਨਿਯਮਾਂ ਦੀ ਦਾਤ ਵੀ ਦਿੱਤੀ ਹੈ। ਜਿਵੇਂ ਕਿ ਜਪਜੀ ਸਾਹਿਬ ਰੱਖਣਾ ਅਖੰਡ ਪਾਠ ਸਾਹਿਬ ਦੇ ਨਾਲ, ਕੁੰਭ ਜਿਹਨੂੰ ਘੜਾ ਕਹਿੰਦੇ ਪਾਣੀ ਦਾ ਭਰ ਕੇ ਰੱਖਣਾ, ਜੋਤ ਲਾਉਣੀ, ਨਾਲੀਏਰ ਕੱਪੜੇ 'ਚ ਬੰਨ੍ਹ ਕੇ ਰੱਖਣਾ, ਜਿਵੇਂ ਪੀਲਾ ਬਸਤਰ ਲੈ ਕੇ ਉਹਦੇ ਵਿੱਚ ਬੰਨ੍ਹ ਕੇ, ਚਿੱਟਾ ਬਸਤਰ ਲੈ ਲਓ, ਪੀਲਾ ਲੈ ਲਓ। ਤਾਂ ਇਸ ਤਰ੍ਹਾਂ ਉਹਦੇ ਵਿੱਚ ਜਾਂ 1.25 ਰੁਪਈਆ ਪੁਰਾਣੇ ਰੱਖਦੇ ਹੁੰਦੇ। ਉਹਦਾ ਮਤਲਬ ਇਹ ਸੀ ਜਿਵੇਂ ਗੁਰਤਾ ਗੱਦੀ ਦੇਣ ਵੇਲੇ ਸਤਿਗੁਰੂ ਸਾਹਿਬ ਜੀ ਦੂਜੇ ਪਾਤਸ਼ਾਹ ਨੂੰ ਗੁਰੂ ਨਾਨਕ ਸਾਹਿਬ ਨੇ ਥਾਲ ਦੇ ਵਿੱਚ ਜੋ ਨਾਲੀਏਰ 5 ਪੈਸੇ ਰੱਖ ਕੇ ਮੱਥਾ ਟੇਕਿਆ, ਉਹਦਾ ਨਾਲੀਏਰ ਦਾ ਵੱਲੋਂ ਆਪਣਾ ਸਿਰ ਅਰਪਣ ਕਰਨਾ। ਇਸ ਤਰ੍ਹਾਂ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਆਪਣੇ ਘਰ ਮਹਾਰਾਜ ਚਰਨ ਪਾਉਂਦੇ ਨੇ ਤਾਂ ਉਸ ਵਕਤ ਅਖੰਡ ਪਾਠ ਸਾਹਿਬ ਸਹਿਜ ਪਾਠ ਹੁੰਦਾ, ਤਾਂ ਉਹ ਆਪਣੇ ਵੱਲੋਂ ਸਿਰਫ ਇੱਕ ਭੇਟਾ ਹੁੰਦੀ ਸੀ। ਪਹਿਲਾਂ 1.25 ਰੁਪਏ ਜਾਂ 5-10 ਰੁਪਏ ਤੇ ਨਾਲ ਬਸਤਰ, ਜਿਹੜਾ ਪੀਲੇ ਰੰਗ ਦਾ ਬਸਤਰ ਲਪੇਟਦੇ ਜਾਂ ਕੇਸਰੀ ਰੰਗ ਦਾ ਬਸਤਰ ਲਪੇਟ ਕੇ ਨਾਲੀਏਰ ਰੱਖ ਕੇ ਜਲ ਕੁੰਭ ਰੱਖਣਾ। ਤੇ ਫਿਰ ਉਹਦੇ ਨਾਲ ਇਹ ਹੁੰਦਾ ਕਿ ਮੈਂ ਆਪਣਾ ਸਿਰ ਅਰਪਣ ਕਰਦਾ, ਭੇਟਾ ਅਰਪਣ ਕਰਦਾ। ਇਹਦੇ ਨਾਲ ਨਾਲ ਜਿਹੜਾ ਕੁੰਭ ਰੱਖਣਾ, ਜਲ ਕੋਲ ਰੱਖਣਾ। ਜਲ ਵਾਸਤੇ ਮਹਾਰਾਜ ਨੇ ਬਾਣੀ ਅੰਦਰ ਕਾਹੀ ਪੰਕਤੀਆਂ ਉਚਾਰਨ ਕੀਤੀਆਂ। ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਈ ਪਾਵਨ ਗੁਰੂ ਪਾਣੀ ਪਿਤਾ। ਪਾਣੀ ਸੋ ਇਹ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਮਹਾਨਤਾ ਦਿੱਤੀ ਹੈ ਇਹਨਾਂ ਨੂੰ। ਤੇ ਇਸ ਕਰਕੇ ਜਲ ਕੋਲ ਰੱਖਣਾ, ਜਿਵੇਂ ਸਰੋਵਰ ਸਾਹਿਬਾਨ ਬਣਾਏ ਨੇ ਗੁਰਦੁਆਰੇ ਸਾਹਿਬਾਂ ਦੇ ਨਾਲ ਨਾਲ, ਕਿਉਂਕਿ ਜਲ ਦਾ ਰੱਖਣਾ ਕੋਲੇ ਜਲ ਪਵਿੱਤਰਤਾ ਦਾ ਵੀ ਕਾਰਨ ਬਣ ਜਾਂਦਾ ਹੈ। ਅਚਾਨਕ ਲੋੜ ਪੈ ਜਾਏ, ਜਿਵੇਂ ਸਾਡੇ ਹੁੰਦੇ ਮੁਕਤਸਰ ਸਾਹਿਬ 1975-76 ਦੀ ਗੱਲ ਹੈ, ਉੱਥੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਹੋਏ ਸੀ। ਪਹਿਰੇਦਾਰ ਨੂੰ ਆਲਸ ਹੋ ਗਈ, ਪਹਿਰੇਦਾਰ ਸੌਂ ਗਿਆ ਮੂਹਰੇ। ਸੋ ਲਾਈਟ ਚਲੀ ਜਾਣ ਤੋਂ ਅਚਾਨਕ ਜੋਤ ਲਾਈ ਹੁੰਦੀ ਹੈ ਵੀ ਲਾਈਟ ਨਾ ਚਲੀ ਜਾਵੇ ਅਚਾਨਕ, ਤੇ ਜੋਤ ਲੱਗੀ ਹੋਈ ਸੀ। ਅਚਾਨਕ ਉਹ ਜੋਤ ਦੀ ਬੱਤੀ ਡਿੱਗ ਪਈ ਰਮਾਲੇ ਤੇ, ਰਮਾਲੇ ਨੂੰ ਅੱਗ ਲੱਗ ਗਈ। ਹੁਣ ਲਾਗੇ ਸੇਵਾਦਾਰ ਜਿਹੜਾ ਸੀ ਉਹਨੇ ਜਗਾਇਆ ਖੜਕਾ ਕਰਕੇ। ਹੁਣ ਪਾਣੀ ਭੱਜ ਕੇ ਲਿਆਉਂਦੇ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ। ਉਹ ਜਿਹੜਾ ਕੁੰਭ ਦਾ ਘੜਾ ਸੀ ਉਹਨੇ ਚੱਕ ਕੇ ਉੱਥੇ ਫਟਾਫਟ ਜਲ ਪਾਇਆ ਥੱਲੇ ਰਮਾਲੇ ਤੇ, ਇਹਨਾਂ ਅੱਗ ਬੁਝ ਗਈ। ਸੋ ਜਲ ਦਾ ਕੋਲ ਰੱਖਣਾ ਮਾੜਾ ਨਹੀਂ ਹੁੰਦਾ। ਨਾਲੀਏ, ਧੂਪ, ਫੁੱਲ, ਆਰਤੀ, ਸਿਹਰੇ, ਕੜਾਹ ਪ੍ਰਸ਼ਾਦ ਬਣਾਉਣਾ, ਵਰਤਾਉਣਾ, ਅਰਦਾਸ ਵਾਕ ਲੈਣਾ, ਨਾਮ ਰੱਖਣਾ ਆਦਿ। ਕੋਈ ਸਾਨੂੰ ਸ਼ੌਂਕ ਨਹੀਂ, ਜਾਂ ਮਹਾਂਪੁਰਖਾਂ ਨੂੰ ਸਾਰਿਆਂ ਨੂੰ ਕੋਈ ਸ਼ੌਂਕ ਨਹੀਂ ਸੀ। 10ਵੇਂ ਪਾਤਸ਼ਾਹ ਮਹਾਰਾਜ ਨੇ ਜੋ ਮਰਿਆਦਾ ਚਲਾਈ ਹੈ, 25 ਸਿੰਘਾਂ ਦੇ ਸਮੇਤ ਅਖੰਡ ਪਾਠ ਸਾਹਿਬ, 5 ਅਖੰਡ ਪਾਠੀ, 5 ਜਪਜੀ ਸਾਹਿਬ ਵਾਲੇ, 5 ਧੂਫੀਏ, 5 ਲਾਂਗਰੀ, 5 ਪਹਿਰੇਦਾਰ, ਫਿਰ 25 ਸਿੰਘ ਲਾਏ ਸੀ ਉਦੋਂ। ਇਸ ਕਰਕੇ ਇਹ ਨਹੀਂ ਹੁੰਦਾ ਕਿ ਸਾਡੇ ਨਾਲ ਸਾਰੇ ਆਪਾਂ ਗੁਰ ਭਾਈ ਆ, ਸਾਰੀਆਂ ਸੰਸਥਾਵਾਂ ਗੁਰ ਭਾਈ ਹੈ। ਜਿਹੜੀ ਮਰਿਆਦਾ ਪੁਰਾਤਨ ਚੱਲੀ ਆਉਂਦੀ ਹੈ ਉਹਦੇ ਤੇ ਕਿੰਤੂ ਪ੍ਰੰਤੂ ਕਰਨਾ, ਇਹ ਠੀਕ ਨਹੀਂ, ਉਹ ਠੀਕ ਨਹੀਂ, ਆਪਣੀ ਬੁੱਧੀ ਦੇ ਮੁਤਾਬਕ, ਉਹ ਜੇ ਸਾਡਾ ਤਾਂ ਕੋਈ ਨੁਕਸਾਨ ਨਹੀਂ ਹੋਣਾ, ਨੁਕਸਾਨ ਤਾਂ ਤੁਹਾਡਾ ਹੀ ਹੋਣਾ।
ਜਾਂ ਜਿਹੜੀ ਸੰਗਤ ਫਿਰ ਇਉਂ ਮਗਰ ਲੱਗ ਜਾਂਦੀ ਉਹਨਾਂ ਦਾ ਨੁਕਸਾਨ ਹੋਣਾ। ਸਾਨੂੰ ਕੋਈ ਫਰਕ ਨਹੀਂ ਪੈਣਾ ਇਸ ਗੱਲ ਦੇ ਨਾਲ। ਪਾਠ ਦੇ ਨਿਯਮ ਤੇ ਅਦਬ, ਜਿੱਥੇ ਸਤਿਗੁਰਾਂ ਨੇ ਪਾਠ ਦੀ ਸਮੱਗਰੀ ਦੀ ਦਾਤ ਬਖਸ਼ੀ ਹੈ ਉੱਥੇ ਪਾਠ ਕਰਨ ਵਕਤ ਨਿਯਮ ਤੇ ਅਦਬ ਕਰਨ ਦੀ ਦਾਤ ਵੀ ਬਖਸ਼ੀ ਹੈ। ਪਾਠ ਦੀ ਸਫਲਤਾ, ਪਾਠ ਦੀ ਪੂਰੀ ਸਫਲਤਾ ਵਾਸਤੇ, ਨਿਰਵਿਘਨ ਭੋਗ ਪਾਉਣ ਵਾਸਤੇ, ਪੂਰਾ ਫਲ ਪ੍ਰਾਪਤ ਕਰਨ ਵਾਸਤੇ, ਇੱਛਾ ਪੂਰੀ ਕਰਨ ਵਾਸਤੇ, ਕਾਰਜ ਰਾਸ ਕਰਨ ਵਾਸਤੇ, ਵਿਘਨਾਂ ਦਾ ਨਾਸ਼ ਕਰਨ ਵਾਸਤੇ ਆਦਿ ਉੱਪਰ ਦੱਸੇ ਹੋਏ ਤਿੰਨਾਂ ਤਰੀਕਿਆਂ ਸਹਿਤ ਹੋਣਾ ਚਾਹੀਦਾ। ਜੇ ਤਿੰਨਾਂ ਵਿੱਚੋਂ ਕੋਈ ਊਣਤਾਈ ਰਹਿ ਗਈ ਤਾਂ ਪਾਠ ਦਾ ਪੂਰਨ ਮਹਾਤਮ ਨਹੀਂ ਮਿਲਣਾ ਅਤੇ ਇੱਛਾ ਪੂਰੀ ਨਹੀਂ ਹੋਣੀ। ਇਹ ਧਿਆਨ ਰੱਖ ਲਓ। ਡੈਫੀਨੇਟ ਪੱਕੀ ਗੱਲ ਹੈ, ਜੇ ਪਾਠ ਦੀ ਪੂਰਨ ਮਰਿਆਦਾ ਪਾਠੀ ਕੇਸੀ ਇਸ਼ਨਾਨ ਕਰਕੇ ਰਹਿਤ ਵਾਲੇ ਲੱਗਣ, ਜਪਜੀ ਸਾਹਿਬ ਨਾਰੀਅਲ ਕੁੰਭ ਧੂਪ ਲਾ ਕੇ ਜਿੱਡਾ ਮਰਜ਼ੀ ਕਾਰ ਜੜਿਆ ਹੋਵੇ, ਪਾਠ ਮਰਿਆਦਾ ਨਾਲ ਇੱਕ ਵਾਰ ਹੋ ਜਾਵੇ। ਅੱਜ ਕੱਲ੍ਹ ਪਾਠੀ ਲੱਭਦੇ ਨਹੀਂ, ਜਿਵੇਂ ਸਾਡੇ ਸਮੇਂ ਪਾਠੀ ਪੁਰਾਣੇ ਟਾਈਮ ਤੇ ਸੀਗੇ। ਹੋ ਹੀ ਨਹੀਂ ਸਕਦਾ ਕੰਮ ਨਾ ਹੋਵੇ। ਇਹ ਸਾਰੀਆਂ ਮਰਿਆਦਾਵਾਂ ਉਹੀ ਭੰਗਣਾ ਹੀ ਕੀਤੀਆਂ ਹੋਈਆਂ। ਪਾਠੀ ਸੌਂਗੇ, ਪਾਠੀ ਨਹਾਤਾ ਨਹੀਂ, ਪਾਠੀ ਗਲਤ ਬਾਣੀ ਪੜ੍ਹੀ ਜਾਂਦੇ ਆ, ਜਪਜੀ ਸਾਹਿਬ ਦੀ ਲੋੜ ਨਹੀਂ। ਜਪਜੀ ਸਾਹਿਬ ਦੋ ਪਾਠੀ ਘੱਟੋ ਘੱਟ ਬੈਠੇ ਹੋਣ, ਜਪਜੀ ਸਾਹਿਬ ਵਾਲਾ ਲਾਗੇ ਬੈਠਾ। ਤਾਂ ਅਸੀਂ ਵੀ ਪਾਠ ਕਰਦੇ ਮਹਾਂਪੁਰਖਾਂ ਵੇਲੇ ਜਪਜੀ ਸਾਹਿਬ ਦਾ ਪਾਠ ਜਦੋਂ ਅਸੀਂ ਕਰਦੇ ਹੁੰਦੇ ਸੀ, ਵੱਡਾ ਪਾਠੀ ਜਿਹੜਾ ਅਖੰਡ ਪਾਠ ਦੇ ਉੱਤੇ ਪਾਠ ਕਰਦਾ, ਜੇ ਉਹਨੂੰ ਸੁਸਤੀ ਪੈਣੀ ਤਾਂ ਉਹ ਥੋੜਾ ਬਹੁਤ ਉਹਨੂੰ ਹੱਥ ਲਾ ਦੇਣਾ, ਉਹਨੂੰ ਸਾਵਧਾਨ ਕਰ ਦੇਣਾ। ਸਾਨੂੰ ਪੈਣੀ ਉਹਨੇ ਇਉਂ ਇਸ ਪ੍ਰਕਾਰ ਨਾਲ ਕੋਲ ਬੈਠਾ ਜਪਜੀ ਸਾਹਿਬ ਦਾ ਮਹਾਤਮ ਬਹੁਤ ਵੱਡਾ ਹੁੰਦਾ। ਇਹ ਜਿਹੜੇ ਨਵੇਂ ਜੇ ਬੁੱਧੀਜੀਵੀ ਬਣੇ ਨੇ, ਇਹਨਾਂ ਨੂੰ ਇਹ ਹੁੰਦਾ ਵੀ ਪਤਾ ਨਹੀਂ ਉਹੀ ਰੱਖਿਆ ਹੋਇਆ। ਇਸ ਕਰਕੇ ਇਸ ਗੱਲ ਦਾ ਖਿਆਲ ਰੱਖਣਾ। ਇਸ ਵਾਸਤੇ ਤਿੰਨਾਂ ਗੁਣਾਂ ਦੇ ਸਹਿਤ ਹੋ ਕੇ ਪਾਠ ਕਰਾਇਆ ਜਾਏ, ਫਿਰ ਮਹਾਰਾਜ ਜੀ ਜ਼ਰੂਰ ਸਫਲਤਾ ਬਖਸ਼ਣਗੇ। ਸੋ ਉਹ ਤਿੰਨ ਤਰੀਕੇ ਹਨ। ਪਾਠ ਕਰਨ ਦਾ ਤਰੀਕਾ ਸਧਾਰਨ ਅਖੰਡ ਪਾਠ, ਸੰਪਟ ਪਾਠ ਆਦਿ ਜਿਸ ਤਰੀਕੇ ਨਾਲ ਕਰਦੇ ਨੇ, ਨਾਲ ਵਰਤਣ ਵਾਲੀਆਂ ਵਸਤੂਆਂ, ਪਾਸ ਰੱਖਣ ਵਾਲੀਆਂ ਵਸਤੂਆਂ, ਜਪਜੀ ਸਾਹਿਬ, ਧੂਪ, ਪ੍ਰਸ਼ਾਦ, ਜੋਤ ਆਦਿਕ। ਮਹਾਰਾਜ ਜੀ ਦਾ ਅਦਬ ਪਾਠੀਆਂ ਦੀ ਰਹਿਤ, ਪਾਠ ਸ਼ੁੱਧ ਤੇ ਹੋਰ ਧਾਰਨਯੋਗ ਨਿਯਮ। ਪਾਠ ਫਿਰ ਨੰਬਰ 1 ਤੇ ਕਹਿੰਦੇ ਪਾਠ ਦੀ ਜੁਗਤੀ ਦਾ ਵਿਸਥਾਰ ਤੇ ਕਿੱਥੋਂ ਪਾਠ ਸ਼ੁਰੂ ਹੋਏ। ਜਪਜੀ ਸਾਹਿਬ, ਧੂਪ ਆਦਿ ਰੱਖਣੇ, ਇਹਨਾਂ ਦਾ ਵਿਸਥਾਰ ਤੇ ਜੁਗਤੀ ਅੱਗੇ ਤਰਤੀਬਵਾਰ ਦਿੱਤੀ ਜਾਏਗੀ। ਜੋ ਸਭ ਤੋਂ ਪਹਿਲਾਂ ਨਿਯਮ, 3 ਨਿਯਮ ਅਦਬ ਆਦਿ ਦੱਸੇ ਨੇ, ਜਿਨ੍ਹਾਂ ਗੁਣਾਂ ਦੇ ਸਹਿਤ ਹੋ ਕੇ ਪਾਠ ਕਰਨਾ ਹੈ, ਕਿਉਂਕਿ ਗੁਰਮਤਿ ਨਿਯਮਾਂ ਤੋਂ ਬਿਨਾਂ ਕੀਤਾ ਪਾਠ ਸਫਲ ਨਹੀਂ ਹੋ ਸਕਦਾ। ਇਸ ਵਾਸਤੇ ਪਾਠ ਕਰਾਉਣ ਵਕਤ ਪਹਿਲਾਂ ਇਹਨਾਂ ਨਿਯਮਾਂ ਦਾ ਪਾਲਣ ਪਾਠੀ ਅਤੇ ਘਰ ਵਾਲੇ ਕਰਨ ਤੇ ਫਿਰ ਪਾਠ ਸਫਲਾ ਹੋਵੇਗਾ। ਪਾਠ ਕਰਨ ਦੇ ਨਿਯਮ ਤੇ ਅਦਬ। ਪਾਠੀ ਸਿੰਘ ਕਿਹੋ ਜਿਹੇ ਹੋਣੇ ਚਾਹੀਦੇ? ਖੰਡੇ ਦਾ ਅੰਮ੍ਰਿਤ ਛਕਿਆ ਹੋਵੇ, ਬਾਣੀ ਦੇ ਨਿਤਨੇਮੀ ਹੋਣ, 5 ਕਕਾਰਾਂ ਦੀ ਰਹਿਤ ਰੱਖਦੇ ਹੋਣ, ਕੁਰੈਤਾਂ ਤੋਂ ਬਚੇ ਹੋਣ, ਝੂਠ ਤੋਂ ਬਚੇ ਹੋਣ, ਨਾਮਦਾਨ ਇਸ਼ਨਾਨ ਦੇ ਨਿਤਨੇਮੀ ਹੋਣ, ਸਤ ਸੰਤੋਖ ਆਦਿ ਵਾਲੇ ਹੋਣ, ਸਤਿਗੁਰਾਂ ਦੇ ਭਰੋਸੇ ਸ਼ਰਧਾ ਪ੍ਰਤੀਤ ਵਾਲੇ ਹੋਣ, ਕਾਮ ਆਦਿ ਵਿਕਾਰਾਂ ਤੋਂ ਬਚੇ ਹੋਣ, ਅਮਲੀ ਨਾ ਹੋਣ, ਕਿਸੇ ਅਮਲ ਦੇ ਵਰਤਨ ਵਾਲੇ ਨਾ ਹੋਣ, ਜੁਆਰੀ ਨਾ ਹੋਣ, ਕੱਚਾ ਗੰਢਾ ਤੇ ਲਸਣ ਕਦੇ ਨਾ ਖਾਵੇ। ਪਾਠ ਕਰਨ ਵੇਲੇ ਉੱਥੇ ਮੁਸ਼ਕ ਆਈ ਜਾਂਦਾ। ਫਿਰ ਇੱਕ ਵਾਰ ਦਾ ਖਾਧਾ ਹੋਇਆ ਹੋਵੇ ਤਾਂ 4 ਪਹਿਰ ਤੱਕ ਮੂੰਹ ਵਿੱਚੋਂ ਮੁਸ਼ਕ ਆਉਂਦਾ ਰਹਿੰਦਾ। ਉਤਨਾ ਚਿਰ ਮਹਾਰਾਜ ਤਾਬਿਆਂ ਨਾ ਬੈਠੇ। ਪਰ ਇਸ ਤੋਂ ਉਲਟ ਅੱਜ ਕੱਲ੍ਹ ਪਾਠੀ ਸਾਰੇ ਇਹਨਾਂ ਸਾਰਿਆਂ ਜਿਹਨੇ ਔਗਣ ਦੱਸੇ ਇਹਨਾਂ ਵਾਲੇ ਹੀ ਜ਼ਿਆਦਾ ਮਿਲਦੇ ਨੇ। ਹੁਣ ਪਾਠ ਜਿਹੜਾ ਹੈ, ਪਾਠ ਇੱਕ ਪੈਸੇ ਕਮਾਉਣ ਦੀ ਕਿਰਿਆ ਬਣੀ ਹੋਈ ਹੈ। ਅਖੰਡ ਜਿਹੜਾ ਹੈ, ਪਾਠ ਦੀ ਜਗ੍ਹਾ ਤੇ ਪਖੰਡ ਪਾਪ ਹੀ ਜ਼ਿਆਦਾ ਹੋ ਰਿਹਾ ਹੁਣ। ਇਸ ਕਰਕੇ, ਕਿਉਂਕਿ ਮੈਂ ਤਾਂ ਸਾਰੀ ਚੀਜ਼ਾਂ ਦੇਖੀਆਂ ਹੋਈਆਂ ਕਰਕੇ ਕੀ ਪੜ੍ਹਦੇ ਫਰੋਲੀਏ ਕਿਸੇ ਦੇ, ਇਹਨਾਂ ਗੱਲਾਂ ਦਾ ਖਿਆਲ ਰੱਖਣਾ। ਪਾਠੀ ਸਿੰਘ ਨਾ ਨਹਾਉਣ ਨਾ ਧੋਣ, ਬਸ ਪਾਠ ਕਰਕੇ ਪੈਸਾ ਕਮਾ ਕੇ ਆਪਣੀ ਪੇਟ ਪੂਜਾ ਕਰਦੇ ਆ। ਉਹਨਾਂ ਨੂੰ ਵੀ ਨੁਕਸਾਨ ਹੈ, ਘਰ ਵਾਲਿਆਂ ਨੂੰ ਵੀ ਨੁਕਸਾਨ ਹੈ ਇਹਨਾਂ ਗੱਲਾਂ ਦਾ। ਪਾਠ ਸ਼ੁੱਧ ਕੀਤਾ ਜਾਵੇ। ਟਕਸਾਲੀ ਪਾਠੀ ਹੋਣ ਜਾਂ ਟਕਸਾਲੀ ਸਿੰਘਾਂ ਤੋਂ ਅੱਗੇ ਪੜ੍ਹੇ ਹੋਣ। ਪਾਠੀ ਸਿੰਘ ਨੂੰ ਕੇਸੀ ਇਸ਼ਨਾਨ ਕਰਨਾ ਚਾਹੀਦਾ। ਸ਼ੌਚੇ ਆਦਿਕ ਜਾ ਕੇ, ਜਿਵੇਂ ਮੈਦਾਨ ਆਦਿਕ ਦੀ ਕਿਰਿਆ ਕਰਦੇ ਨੇ, ਸ਼ੌਚੇ ਜਾ ਕੇ ਇਸ਼ਨਾਨ ਕਰੇ। ਹਜ਼ੂਰੀ ਵਿੱਚ ਜਾਣ ਲੱਗਿਆਂ ਸਾਫ਼ ਪਾਣੀ ਨਾਲ 5 ਇਸ਼ਨਾਨਾਂ ਗੋਡਿਆਂ ਤੱਕ ਕਰੇ। ਚੂੜਾ ਆਦਿਕ ਕਰੇ। ਸੁੱਤਾ ਉੱਠੇ ਤਾਂ ਇਸ਼ਨਾਨ ਕਰਕੇ ਪਾਠ ਕਰਨ ਬੈਠੇ। ਸੋ ਇਸ ਤਰ੍ਹਾਂ ਜਿਹੜੇ ਪਾਠ ਕਰਨ ਵੇਲੇ ਅਸੀਂ ਤਾਂ ਆਮ ਤੌਰ ਤੇ ਵੈਸੇ ਚੋਲਾ ਪਾ ਲੈਂਦੇ ਜਦੋਂ ਅਖੰਡ ਪਾਠ, ਸਹਿਜ ਪਾਠ ਕਰਨਾ ਹੋਵੇ, ਖਾਸ ਕਰ ਅਖੰਡ ਪਾਠ ਵੇਲੇ, ਤਾਂ ਕਿ ਉਹਦੇ ਵਿੱਚ ਜਿਵੇਂ ਹੁਣ ਪਜਾਮੇ ਦੇ ਉੱਤੇ ਛਿੱਟੇ ਪੈਂਦੇ ਨੇ, ਪਜਾਮਾ ਜੁੱਤੀ ਨਾਲ ਲੱਗਦਾ ਰਹਿੰਦਾ, ਤੇ ਜਾਂ ਫਿਰ ਇਹ ਬਹੁਤ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ। ਕੜਾਹ ਪ੍ਰਸ਼ਾਦ, ਮਿੱਟੀ ਦਾ ਪੋਚਾ ਕਰਕੇ ਜਗ੍ਹਾ ਸਾਫ਼ ਕਰਨੀ, ਕਿਉਂਕਿ ਪੁਰਾਣੇ ਸਮੇਂ ਵਿੱਚ ਇਸ ਤਰ੍ਹਾਂ ਕਰਦੇ ਸੀ। ਗੋਹਾ, ਪੋਚੇ, ਬਾਲਣ ਆਦਿ ਵਿੱਚ ਕਿਤੇ ਨਹੀਂ ਵਰਤਣਾ। ਇਹ ਪੁਰਾਣੀ ਸਮੇਂ ਦੀ ਮਰਿਆਦਾ। ਜੇ ਕਿਤੇ ਕੱਚਾ ਥਾਂ ਹੋਵੇ, ਪੱਕੇ ਥਾਂ ਹੋਵੇ ਤਾਂ ਵੈਸੇ ਪੋਚਾ ਮਾਰ ਲੈਣਾ ਚਾਹੀਦਾ। ਪੱਕੀ ਜਗ੍ਹਾ ਹੋਵੇ ਤਾਂ ਇਸ਼ਨਾਨ ਕਰਾਉਣਾ। ਇਹ ਪੱਕੀ ਜਗ੍ਹਾ ਦੇ ਉੱਤੇ ਪਾਣੀ ਨਾਲ ਇਸ਼ਨਾਨ ਕਰਾ ਕੇ ਫਰਸ਼ ਐਨ ਸਾਫ਼ ਕਰੇ ਚੰਗੀ ਤਰ੍ਹਾਂ। ਸੁਚਤਾਈ ਨਾਲ ਬਣਾਉਣਾ। ਬਾਣੀ ਪੜ੍ਹਦੇ ਹੋਏ ਬੋਲਣਾ ਨਹੀਂ। ਬਣਾਉਣ ਵਕਤ ਜਪਜੀ ਸਾਹਿਬ ਪੜ੍ਹਨਾ ਤੇ ਤਾਬਿਆ ਲਿਜਾ ਕੇ ਸੰਪੂਰਨ ਆਨੰਦ ਸਾਹਿਬ ਦਾ ਪਾਠ ਕੋਲ ਬਹਿ ਕੇ ਕਰਨਾ। ਕੜਾਹ ਪ੍ਰਸਾਦ ਲਿਜਾ ਕੇ ਅਰਦਾਸ ਕਰਕੇ ਪਾਠ ਆਰੰਭ ਕਰਨਾ ਤੇ ਭੋਗ ਵਕਤ
ਸ਼ਲੋਕ ਮਹੱਲਾ ਨਾਵਾਂ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਹਜ਼ੂਰੀ ਵਿੱਚ ਪਹੁੰਚ ਜਾਣਾ ਚਾਹੀਦਾ। ਠੰਡਾ ਬਾਹਰੋਂ ਕਰਕੇ ਲਿਜਾਣਾ, ਭੋਗ ਪੈਂਦੇ ਸਮੇਂ ਕੜਾਹ ਪ੍ਰਸ਼ਾਦ ਤੋਂ ਰੁਮਾਲਾ ਆਦਿ ਨਹੀਂ ਲਾਉਣਾ। ਜੇ ਕੁਰੈਤੀਆ ਕੜਾਹ ਪ੍ਰਸ਼ਾਦ ਕਰੇ ਜਾਂ ਬਿਨਾਂ ਸੁਚਤਾਈ ਤੋਂ ਕੀਤਾ ਜਾਏ ਤਾਂ ਕਾਰਜ ਰਾਸ ਨਹੀਂ ਹੁੰਦੇ। ਸੋ ਇਹ ਸੰਤ ਬਾਬਾ ਹਰਨਾਮ ਸਿੰਘ ਦਾ ਜ਼ਿਕਰ ਆਪਾਂ ਕੀਤਾ, ਰਾਮਪੁਰ ਖੇੜੇ ਵਾਲਿਆਂ ਦਾ। ਉਹ ਗਰਮ ਗਰਮ ਲਿਜਾ ਕੇ ਕੜਾਹ ਪ੍ਰਸ਼ਾਦ ਸੇਵਾਦਾਰ ਨੇ ਅੰਦਰ ਰੱਖਿਆ, ਅਰਦਾਸ ਹੋਈ। ਬਾਬਾ ਜੀ ਕੋਲ ਸੀ ਉਦੋਂ, ਮੈਂ ਉੱਥੇ ਸਮਾਗਮ ਹੋ ਰਿਹਾ ਸੀਗਾ। 1977 ਦੀ ਗੱਲ ਹੀ, ਬਾਬਾ ਕਿਰਪਾਲ ਸਿੰਘ ਜੀ ਖਾਲਸਾ ਵੇਲੇ। ਬਾਬਾ ਜੀ ਮੈਨੂੰ ਬਾਹਰ ਦਰਵਾਜ਼ੇ 'ਚ, ਮੈਂ ਵੀ ਪਿੱਛੇ ਉੱਠ ਕੇ ਚਲਾ ਗਿਆ। ਮੈਨੂੰ ਕਹਿੰਦੇ ਆਸਣ ਤੇ ਜਾ ਕੇ ਭਾਈ ਠਾਕਰ ਸਿੰਘ 10ਵੇਂ ਪਾਤਸ਼ਾਹ ਅੱਜ ਦਰਵਾਜ਼ੇ 'ਚ ਖੜੇ ਸੀ, ਉਹਨਾਂ ਮੈਨੂੰ ਆਪਣੀ ਜੀਭ ਦਿਖਾਈ। ਕਹਿੰਦੇ ਹਰਨਾਮ ਸਿੰਘ ਦੇ ਮੇਰੇ ਛਾਲੇ ਹੋ ਗਏ ਜੀਭ ਤੇ। ਕਹਿੰਦੇ ਮਹਾਰਾਜ ਜੀ ਕਿਵੇਂ ਹੋ ਗਏ? ਕਹਿੰਦੇ ਮੈਨੂੰ ਬੜਾ ਦੁੱਖ ਲੱਗਿਆ। ਕਹਿੰਦੇ ਤੁਹਾਡੇ ਸਿੰਘਾਂ ਨੇ ਅੱਜ ਜਿਹੜੀ ਦੇਗ ਬਣਾਈ ਆ ਉਹ ਗਰਮ ਗਰਮ ਦੇਗ 'ਚ ਪਾਨ ਭੇਟਾ ਕਰਤੀ, ਇਸ ਕਰਕੇ ਮੇਰੇ ਛਾਲੇ ਹੋ ਗਏ। ਬਾਬਾ ਜੀ ਕਹਿੰਦੇ ਫਿਰ ਪੱਕਾ ਅਸੂਲ ਬਣਾਤਾ, ਦੇਗ ਬਣਾ ਕੇ ਪਹਿਲਾਂ ਇੱਕ ਕਮਰੇ ਵਿੱਚ ਪੱਖਾ ਚੱਲਦਾ ਹੁੰਦਾ ਸੀ, ਉੱਥੇ ਫਿਰ ਦੇਗ ਥੋੜੀ ਠੰਡੀ ਕਰਕੇ ਫਿਰ ਅੰਦਰ ਲੈ ਕੇ ਜਾਣੀ, ਛਕਣਯੋਗ ਬਣਾ ਕੇ ਫਿਰ ਹੀ ਭੋਗ ਲਵਾਉਣਾ ਚਾਹੀਦਾ। ਕਈ ਪ੍ਰਸ਼ਾਦੇ ਨੂੰ ਭੋਗ ਲਵਾ ਦਿੰਦੇ, ਜਦੋਂ ਲੰਗਰਾਂ ਦੇ ਵਿੱਚ ਅੱਗ ਵਰਗੀ ਦਾਲ ਹੁੰਦੀ, ਗਰਮ ਗਰਮ ਸਬਜ਼ੀ ਤੇ ਫਟਾਫਟ ਭੋਗ, ਉਹ ਸਮਝਦੇ ਕਿ ਮਹਾਰਾਜ ਕਿਹੜਾ ਛਕਦੇ ਚਲੋ। ਤੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ। ਅਰਦਾਸ ਸ਼ੁੱਧ ਹੋ ਕੇ, ਪ੍ਰੇਮ ਸ਼ਰਧਾ ਨਾਲ ਖੜੇ ਹੋ ਕੇ, ਹੱਥ ਜੋੜ ਕੇ ਮਹਾਰਾਜ ਜੀ ਦਾ ਧਿਆਨ ਧਰ ਕੇ, ਭਰੋਸੇ ਸਹਿਤ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਪ੍ਰਤੱਖ ਸਮਝ ਕੇ ਸ਼ੁੱਧ ਅਰਦਾਸ ਦਾ ਪਾਠ ਕਰਨਾ। ਅਰਦਾਸ ਵਕਤ ਸਾਰੇ ਪਾਠੀ ਸਿੰਘ ਹਾਜ਼ਰ ਹੋਣ। ਹੁਣ ਤਾਂ ਪਾਠੀ ਇੱਕ ਵੀ ਨਹੀਂ ਲੱਭਦਾ ਹੁੰਦਾ, ਬਸ ਅਰਦਾਸ ਘਰਦਿਆਂ ਨੂੰ ਕਹਿਣਗੇ ਚੌਰ ਕਰੋ, ਇੱਕ ਪਾਠੀ ਅਰਦਾਸ ਤੇ ਹੁੰਦਾ। ਪਰ ਕਈ ਜਗ੍ਹਾ ਮਰਿਆਦਾ ਬਹੁਤ ਅੱਛੀ ਹੈ, ਫਿਰ ਵੀ ਤੋ ਪਾਠੀ ਸਿੰਘ ਸਾਰੇ ਵੈਸੇ ਇਕੱਠੇ ਹੋਣੇ ਚਾਹੀਦੇ, ਆਰੰਭ ਦੇ ਵਿੱਚ ਵੀ ਤੇ ਬਾਅਦ ਵਿੱਚ ਵੀ ਇਕੱਠੇ ਹੋਣੇ ਚਾਹੀਦੇ ਨੇ, ਕਿਉਂਕਿ ਉਹਨਾਂ ਨੂੰ ਅੱਗੇ ਪਾਠ ਰੱਖਣਾ, ਉਧਰ ਨੂੰ ਭਾਈ ਦੌੜ ਪਈ ਹੁੰਦੀ ਹੈ, ਉਹ ਫਿਰ ਪਾਠ ਸਿਰੇ ਨਹੀਂ ਲੱਗਦਾ, ਫਿਰ ਘਰਦਿਆਂ ਦੀ ਗੱਲ ਨਹੀਂ ਬਣਦੀ। ਹੁਕਮਨਾਮਾ ਪਹਿਲਾਂ ਹੀ ਕੱਢ ਕੇ ਰੱਖਿਆ ਹੁੰਦਾ, ਚਾਹੇ ਪਾਠ ਕਿਵੇਂ ਵੀ ਹੋਵੇ, ਗੁਰਪੂਰਾ ਕਿਰਪਾ ਧਾਰੀ, ਗੁਰਪੂਰਾ ਚਰਨੀ ਲਾਇਆ, ਪਹਿਲਾਂ ਹੀ ਕੱਢਿਆ ਹੁੰਦਾ, ਘਰਦਿਆਂ ਨੂੰ ਵੀ ਖੁਸ਼ ਕਰ ਲਈਏ ਇਸ ਕਰਕੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਰਦਾਸ ਵਕਤ ਦਰਸ਼ਨੀ ਭੇਟਾ ਰੱਖ ਕੇ ਅਰਦਾਸ ਕਰਨੀ ਚਾਹੀਦੀ। ਸ਼ੁਰੂ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਸਰੂਪ ਪ੍ਰਕਾਸ਼ ਹੋਵੇ, ਉਦੋਂ ਜਿੰਨੀ ਸਰਦੀ ਬਣਦੀ 10, 20, 50, 100 ਕੁਛ ਵੀ ਰੱਖੋ। ਫਿਰ ਮੱਧ ਦੀ ਅਰਦਾਸ ਹੁੰਦੀ, ਫਿਰ ਅੰਤਮ ਜਦੋਂ ਭੋਗ ਵੇਲੇ ਦੀ ਅਰਦਾਸ ਹੁੰਦੀ ਹੈ, ਉਦੋਂ ਰੁਮਾਲੇ ਨਾਲ ਭੇਟਾ ਪਾਠੀਆਂ ਦੀ ਵੀ, ਗੁਰੂ ਗ੍ਰੰਥ ਸਾਹਿਬ ਦੀ 51 ਜਾਂ 101 ਰੁਪਈਆ ਉਹ ਆਪਣੀ ਸ਼ਰਧਾ। ਸੇਵਾ ਘਰ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਸਤਿਗੁਰੂ ਜਾਣ ਕੇ ਭਰੋਸੇ ਨਾਲ ਸਾਰੀ ਸੇਵਾ ਕਰਨ। ਪਾਠੀ ਸਿੰਘ ਦੀ ਸੇਵਾ ਵੀ ਹਰ ਤਰ੍ਹਾਂ ਕਰਕੇ ਕਰਨ। ਪਾਠੀ ਸਿੰਘਾਂ ਨੂੰ ਨਫ਼ਰਤ ਨਾ ਕਰੋ। ਪਾਠੀ ਸਿੰਘਾਂ ਨੂੰ ਕਈ ਤਾਂ ਚਾਹ ਵੀ ਨਹੀਂ ਪੁੱਛਦੇ, ਕਈ ਰੋਟੀ ਵੀ ਨਹੀਂ ਪੁੱਛਦੇ ਉਹਨਾਂ ਨੂੰ। ਪਾਠੀ ਸਿੰਘਾਂ ਨੂੰ ਕਹਿਣਗੇ ਜਾਓ ਆਪੇ ਖਾ ਲਓ ਜਿੱਥੋਂ ਮਰਜ਼ੀ, ਸਾਡੇ ਤਾਂ ਘਰੇ ਪਾਠ ਕਰਨਾ। ਇਹ ਕੋਈ ਮਰਿਆਦਾ ਨਹੀਂ ਹੈਗੀ ਪਾਠ ਕਰਾਉਣ ਦੀ। ਪਾਠੀ ਸਿੰਘ ਵੀ ਚੰਗੇ ਹੋਣ, ਘਰ ਦੇ ਵਿੱਚ ਚੰਗੇ ਮਰਿਆਦਾ ਨਾਲ ਪਾਠ। ਜਾਂ ਕਹਿਣਗੇ ਪਾਠੀ ਸਿੰਘ ਮੀਟ ਸ਼ਰਾਬ ਨਾ ਖਾਂਦਾ ਪੀਂਦਾ, ਪਾਠੀ ਸਿੰਘ ਵਧੀਆ ਆਇਆ ਵਧੀਆ। ਇੱਕ ਵਾਰ ਇੱਥੇ ਦੀ ਗੱਲ ਹੈ ਪਟਿਆਲੇ ਦੀ, ਕਹਿੰਦੇ ਪਾਠੀ ਸਿੰਘ ਸ਼ੁੱਧ ਲਿਆਓ, ਅਸੀਂ ਬੜੇ ਛਾਂਟ ਕੇ ਮਸਾ ਪਾਠੀ ਇਕੱਠੇ ਕੀਤੇ ਵੀ ਕੇਸੀ ਇਸ਼ਨਾਨ ਕਰੋ ਜੀ, ਉਥੇ ਮਰਿਆਦਾ ਜੀ ਐਂ ਕਰਦਿਆਂ ਕਰਾਉਂਦਿਆਂ। ਜਦੋਂ ਮੈਂ ਅਚਾਨਕ ਮੇਰੀ ਆਦਤ ਹੁੰਦੀ ਕਿਸੇ ਦੇ ਘਰ ਜਾ ਕੇ ਫਰਿੱਜ ਜ਼ਰੂਰ ਖੋਲ੍ਹਣਾ, ਜਦ ਮੈਂ ਫਰਿੱਜ ਖੋਲ੍ਹਿਆ, ਫਰਿੱਜ ਦੇ ਵਿੱਚ ਮੀਟ ਪਿਆ, ਉੱਥੇ ਆਂਡੇ ਪਏ। ਮੈਂ ਕਿਹਾ ਉਹ ਸਾਨੂੰ ਤਾਂ ਤੁਸੀਂ ਪਾਠੀ ਕਹਿ ਕੇ ਲਿਆਏ, ਚੰਗੇ ਪਾਠੀ ਲਿਆਇਓ, ਤੇ ਆਹ ਘਰ ਦੇ ਵਿੱਚ ਗੰਦ ਵਾੜਿਆ ਹੋਇਆ, ਇੱਥੇ ਪਾਠ ਕੀ ਕਰੂਗਾ। ਸੋ ਇਸ ਕਰਕੇ ਇਹਨਾਂ ਗੱਲਾਂ ਦਾ ਆਪ ਘਰ ਵਾਲੇ ਵੀ ਖਿਆਲ ਰੱਖਣ। ਪਾਠੀਆਂ ਤੇ ਬੜਾ ਰੋਹਬ ਨਹੀਂ ਕਰਨਾ, ਕਈ ਪਾਠੀਆਂ ਨੂੰ ਰੋਹਬ ਹੀ ਦੇਈ ਜਾਣਗੇ। ਉਹ ਗੁਰੂ ਕੇ ਵਜ਼ੀਰ ਜਿਹੜਾ ਬਾਣੀ ਪੜ੍ਹਨ ਵਾਲਾ ਗੁਰੂ ਰੂਪ ਸਮਝਣਾ। ਜਦੋਂ ਪਾਠੀ ਤਾਬਿਆ ਬੈਠਾ ਹੁੰਦਾ, ਉਦੋਂ ਜਿਹੜੇ ਪਾਤਸ਼ਾਹ ਦੀ ਬਾਣੀ ਪੜ੍ਹਦਾ ਉਹੀ ਪਾਤਸ਼ਾਹ ਉਹਦਾ ਰੂਪ ਹੋ ਜਾਂਦਾ ਪਾਤਸ਼ਾਹ ਦਾ। ਰਾਗੀ ਸਿੰਘਾਂ ਦਾ ਸਤਿਕਾਰ ਕਰਨਾ। ਜਦ ਤੱਕ ਪੰਥ ਵਿੱਚ ਸਤਿਕਾਰ ਨਹੀਂ ਰਾਗੀ ਪਾਠੀ ਗ੍ਰੰਥੀਆਂ ਦਾ, ਉਦੋਂ ਤੱਕ ਕੁਝ ਨਹੀਂ ਬਣਨਾ। ਇਹ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨ ਨੇ, ਕਹਿੰਦੇ ਜਿੱਦਣ ਰਾਗੀ ਪਾਠੀ ਗ੍ਰੰਥੀਆਂ ਦਾ ਸਤਿਕਾਰ ਹੋ ਗਿਆ ਕੌਮ ਦੇ ਵਿੱਚ, ਉਦੋਂ ਖਾਲਸੇ ਚੜ੍ਹਦੀ ਕਲਾ ਹੋਣੀ ਹੈ। ਹਾਲੇ ਤਾਂ ਜਿਹੜੇ ਆਮ ਕਈ ਤੌਰ ਤੇ ਦੇਖੇ ਨੇ, ਕਿਸੇ ਦੇਸ਼ ਵਿੱਚ ਮੈਂ ਗਿਆ, ਉੱਥੇ ਗ੍ਰੰਥੀ ਸਿੰਘ ਛੋਟਾ ਸੀ, ਉਹਨੂੰ ਪ੍ਰਧਾਨ ਕਹਿੰਦਾ ਸਾਡਾ ਕਾਕਾ ਚੁੱਕ ਲਿਆ। ਉਹ ਕਾਕੇ ਨੇ ਉੱਥੇ ਹੀ ਗੰਦਗੀ ਜੀ ਕਰਤੀ, ਕਹਿੰਦਾ ਹੁਣ ਇਹਨੂੰ ਧੋ ਕੇ ਲਿਆ। ਭਾਵ ਕਹਿਣ ਦਾ ਪਾਠੀਆਂ ਤੋਂ ਗ੍ਰੰਥੀਆਂ ਤੋਂ ਘਰ ਵਿੱਚ ਝਾੜੂ ਭਾਂਡੇ ਪੋਚੇ ਕਰਵਾਈ ਜਾਣੇ, ਉਹ ਗੱਲ ਨਹੀਂ ਬਣਨੀ। ਇਹ ਤਾਂ ਗੁਨਾਹ ਲੱਗਣਾ ਉਲਟਾ। ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜਾ ਸੋ ਜੰਤ ਮਹਾ ਹਥਿਆਰਿਆ ਲਿਖਿਆ ਬਾਣੀ 'ਚ। ਜਿਹੜਾ ਗੁਰਸਿੱਖਾਂ ਕੋਲੋਂ ਆਪਣੇ ਘਰ ਦੇ ਕੰਮ ਕਰਾਉਂਦਾ ਨੌਕਰ ਸਮਝ ਕੇ, ਉਹ ਮਹਾ ਹਥਿਆਰਿਆ ਜਨਤਾ 'ਚ ਪਾਇਆ ਜਾਣਾ। ਪ੍ਰਸ਼ਾਦ ਦੁੱਧ ਦਹੀਂ ਘਿਓ ਆਦਿ ਹਰ ਤਰ੍ਹਾਂ ਨਾਲ ਪਾਠੀਆਂ ਸੇਵਾ ਪ੍ਰਸੰਨਤਾ ਲੈਣੀ ਜ਼ਰੂਰੀ ਹੈ, ਕਿਉਂਕਿ ਪਾਠੀ ਸਿੰਘ ਦਾ ਜ਼ੋਰ ਲੱਗਦਾ। ਕਈ ਫਿਰ ਜਦੋਂ ਆਪ ਪਾਠ ਕਰਦੇ ਨੇ ਕਹਿੰਦੇ ਬੜਾ ਔਖਾ ਪਾਠ ਕਰਨਾ, ਕਥਾ ਕਰਨੀ, ਕੀਰਤਨ ਕਰਨਾ ਕਿਤੇ ਸੌਖਾ ਜਿਹਾ ਕੰਮ ਨਹੀਂ। ਇਹ ਫਿਜ਼ੀਕਲੀ ਠੀਕ ਆ, ਸਾਹਮਣੇ ਬੈਠੇ ਹੀ ਨਜ਼ਰ ਆਉਂਦੇ ਆ, ਪਰ ਦਿਮਾਗ ਦਾ ਇੰਨਾ ਜ਼ੋਰ ਲੱਗ ਜਾਂਦਾ ਕਿ ਬਹੁਤ ਜ਼ਿਆਦਾ ਜ਼ੋਰ ਲੱਗਦਾ। ਪਾਠੀ ਸਿੰਘ ਦਾ ਦਿਮਾਗ ਸਭ ਤੋਂ ਜ਼ਿਆਦਾ ਲੱਗਦਾ। ਪਾਠ ਦੇ ਭੋਗ ਪੈਣ ਤੇ ਪਾਠੀ ਸਿੰਘਾਂ ਨੂੰ ਵਸਤਰ ਮਾਇਆ ਆਦਿ ਜਥਾ ਸ਼ਕਤ ਭੇਟਾ
ਵੱਧ ਤੋਂ ਵੱਧ ਦੇਣੀ ਚਾਹੀਦੀ, ਸੂਮਤਾ ਨਹੀਂ ਕਰਨੀ ਚਾਹੀਦੀ। ਹੋਰ ਥਾਵਾਂ ਤੇ ਰਿਸ਼ਤੇਦਾਰਾਂ ਨੂੰ ਇੰਨੀਆਂ ਚੀਜ਼ਾਂ ਦਿੰਦੇ ਆਪਾਂ, ਇਸ ਕਰਕੇ ਕੋਸ਼ਿਸ਼ ਕਰਨੀ ਕਿ ਪਾਠੀ ਸਿੰਘਾਂ ਨੂੰ ਜੇ ਵੱਧ ਪੈਸੇ ਦੇ ਦਾਂ ਕੋਈ ਡਰ ਨਹੀਂ, ਉਨਾ ਹੀ ਫਾਇਦਾ ਹੋਣਾ ਆਪਾਂ ਨੂੰ। ਜੋਤਾਂ, ਰਾਤ ਵਕਤ ਘਿਓ ਦਾ ਦੀਵਾ ਜਗਾਇਆ ਜਾਏ। ਦੇਗ ਤੇ ਜੋਤਾਂ ਵਾਸਤੇ ਘਰ ਦਾ ਘੀ ਹੋਣਾ ਬਹੁਤ ਜ਼ਰੂਰੀ ਹੈ। ਮਿੱਟੀ ਦੇ ਤੇਲ ਤੇ ਲੈਲਟਣਾ ਆਦਿਕ ਨਹੀਂ ਵਰਤਣੇ। ਧੂਫ ਰੋਜ਼ ਧੁਖਾਈ ਜਾਵੇ। ਸੋ ਇਸ ਤਰ੍ਹਾਂ ਦੀ ਦੇਸੀ ਘਿਓ ਦਾ ਦੀਵਾ, ਕਿਉਂਕਿ ਘਰੇ ਤਾਂ ਘਿਓ ਬਣਾਇਆ ਜਾਂਦਾ। ਅੱਜ ਕੱਲ੍ਹ ਘਿਓ ਵਿੱਚ ਨਾ ਮਿਲਾਵਟ ਬਹੁਤ ਜ਼ਿਆਦਾ ਹੈ, ਲੋਕ ਧੋਖਾ ਬਹੁਤ ਕਰਦੇ ਨੇ। ਘਿਓ ਘਰ ਦਾ ਹੋਵੇ, ਜੋਤਾਂ ਵਾਸਤੇ ਵੀ ਤੇ ਦੇਗ ਵਾਸਤੇ ਵੀ। ਫਿਰ ਹੁਣ ਧੂਪ ਸਮੱਗਰੀ ਹੈ। ਕਈ ਕਹਿੰਦੇ ਧੂਪ ਸਮੱਗਰੀ ਵਿੱਚ ਕੀ ਕੀ ਪਾਉਣਾ ਚਾਹੀਦਾ, ਇਹ ਸਦਾ ਵਾਸਤੇ ਹੀ ਬਣ ਜਾਣੀ ਆ। ਤਾਂ ਰਿਕਾਰਡਿੰਗ ਜਿਹੜੀ ਹੋ ਰਹੀ ਆ, ਹੌਲੀ ਹੌਲੀ ਬੋਲਦਾ ਮੈਂ, ਉਹ ਹੌਲੀ ਹੌਲੀ 2-4 ਵਾਰ ਸੁਣ ਕੇ ਲਿਖ ਕੇ ਫਿਰ ਉਹ ਧੂਪ ਸਮੱਗਰੀ ਜੇ ਬਣਾਵੇ, ਇਹਦੇ ਨਾਲ ਬਹੁਤ ਲਾਭ ਹੁੰਦੇ ਨੇ, ਬੜੇ ਫਾਇਦੇ ਹੁੰਦੇ ਨੇ। ਸੋ ਕਸਤੂਰੀ 2 ਰੱਤੀ, ਕੇਸਰ 4 ਮਾਸੇ, ਮੁਸ਼ਕਪੂਰ 3 ਮਾਸੇ, ਸੁੱਚੇ ਮੋਤੀ, ਗੋਕਾ ਘਿਓ 3 ਸਟਾਂਕ, ਦੇਸੀ ਖੰਡ 2 ਸਟਾਂਕ, ਜਾਵਿਤਰੀ, ਦੇਸੀ ਜੌਂ, ਇੰਦਰ ਜੌਂ, ਛਲ ਛਲੀੜਾ, ਕਪੂਰ ਕਚਰੀ, ਚੰਦਨ ਚਿੱਟਾ, ਚੰਦਨ ਲਾਲ, ਬਾਲ ਛੜ, ਭੋਜ ਪੱਤਰ, ਅਗਰ, ਤਗਰ, ਇਲਾਇਚੀ ਛੋਟੀ, ਇਲਾਇਚੀ ਵੱਡੀ, ਸਭ ਇੱਕ ਇੱਕ ਤੋਲਾ ਪਾਉਣੇ ਇਹ। ਖੋਪਾ, ਗਿਰੀ ਬਦਾਮ, ਛੁਹਾਰੇ, ਖਸ, ਧੂਪ ਲੱਕੜ, ਕਾਲੇ ਤਿਲ, ਚਿੱਟੇ ਤਿਲ, ਨਾਗਰ ਮੋਥਾ 2-2 ਤੋਲੇ, ਬਾਸਮਤੀ ਚੌਲ 3 ਤੋਲੇ, ਅਤਰ ਗੁਲਾਬ, ਬ੍ਰਹਮੀ ਖੁਸ਼ਬੂਦਾਰ, ਹਾਊ ਬੇਰ, ਫੁੱਲ ਧਾਵੇ ਦੇ, ਲੋਹ ਬਾਣ, ਮੁਸ਼ਕ ਅੰਬਰ, ਕਚੂਰ ਊਦ, ਦਾਲ ਚੀਨੀ। ਇਹ ਆਪਣੀ ਸ਼ਕਤੀ ਦੇ ਮੁਤਾਬਕ ਜਿੰਨੀ ਸਮਰੱਥਾ ਬਣਦੀ। ਜੇ ਪੈਸੇ ਜ਼ਿਆਦਾ ਆਵੇ ਤਾਂ ਕਸਤੂਰੀ ਹੋਰ ਜ਼ਿਆਦਾ ਪਾ ਲਓ, ਕੇਸਰ ਪਾ ਲਓ, ਬਹੁਤ ਸੋਹਣੀ ਖੁਸ਼ਬੂ ਆਉਂਦੀ ਆ। ਅੰਬਰ, ਕਿਸਮੰਬਰ ਆਦਿਕ ਕਈ ਚੀਜ਼ਾਂ ਹੁੰਦੀਆਂ ਖੁਸ਼ਬੂ ਵਾਲੀਆਂ। ਤੇ ਇਹ ਸਾਰਾ ਦੇਸੀ ਘਿਓ ਦੇ ਵਿੱਚ ਮਿਲਾ ਕੇ ਰਗੜ ਕੇ, ਦੇਸੀ ਘਿਓ 'ਚ ਮਿਲਾ ਕੇ, ਕੋਲਿਆਂ ਦੀ ਅੱਗ ਬਾਲ ਕੇ ਉਹਦੇ ਉੱਤੇ ਵੀ ਸਾਰੇ ਥਾਂ ਧੂਫ ਥੋੜੀ ਦੇ ਸਕਦੇ ਆ। ਜਾਂ ਫਿਰ ਜਿਵੇਂ ਤਵਾ ਗਰਮ ਹੁੰਦਾ, ਰੋਟੀ ਲਾਉਣ ਤੋਂ ਬਾਅਦ ਜਿਵੇਂ ਤਵਾ ਗਰਮ ਕਰਕੇ ਉਹਦੇ ਮਾੜੀ ਜਿਹੀ ਪਾ ਕੇ ਸਾਰੇ ਫੇਰ ਸਕਦੇ ਆ। ਇਹ ਧੂਫ ਦੇਣ ਦੇ ਨਾਲ ਸ਼ਹੀਦਾਂ ਸਿੰਘਾਂ ਦੀ ਪ੍ਰਸੰਨਤਾ ਹੁੰਦੀ। ਪੁਰਾਤਨ ਸਮੇਂ ਤੋਂ ਲੈ ਕੇ ਇਹ ਧੂਫ ਤੁਰੀ ਆਉਂਦੀ ਹੈ ਔਰ ਮਹਾਰਾਜ ਦੀ ਪ੍ਰਸੰਨਤਾ ਹੁੰਦੀ ਹੈ। ਖਾਸ ਨਿਯਮ, ਗੁਰਦੁਆਰੇ ਤੇ ਮਹਾਰਾਜ ਦੇ ਪ੍ਰਕਾਸ਼ ਸਥਾਨ ਤੇ ਹਰ ਜਗ੍ਹਾ ਦੋਵੇਂ ਵਕਤ ਧੂਪ ਦਿਖਾਉਣੀ ਹੈ। ਦੂਸਰਾ, ਗੁਰਦੁਆਰੇ 'ਚ ਮਹਾਰਾਜ ਦੇ ਹਜ਼ੂਰ ਰਾਤ ਨੂੰ ਘਿਓ ਦੀ ਜੋਤ ਜਗਾਉਣੀ ਹੈ। ਤੀਸਰਾ, ਅਖੰਡ ਪਾਠ ਸਮੇਂ ਧੂਪੀਏ ਹਰ ਵਕਤ ਬੈਠੇ ਰਹਿਣ, ਧੂਪ ਜਗਾਉਣ ਤੇ ਮੂਲ ਮੰਤਰ ਦਾ ਪਾਠ ਕਰਦੇ ਰਹਿਣ। ਹੁਣ ਨਹੀਂ ਕਰਦਾ ਕੋਈ, ਹੁਣ ਤਾਂ ਪਾਠੀ ਗੱਲਾਂ ਕਰਦੇ ਰਹਿੰਦੇ ਆ। ਪਾਠ ਦੇ ਕੋਲ ਅਖਬਾਰ ਹੀ ਪੜ੍ਹਦੇ ਨੇ, ਹੋਰ ਨਹੀਂ ਜੇ, ਨਹੀਂ ਤਾਂ ਫਿਰ ਹੋਰ ਬਥੇਰੇ ਕੰਮ ਨੇ, ਪੁੱਠੇ ਸਿੱਧੇ ਕੰਮ ਕਰੀ ਜਾਣਗੇ, ਪਾਠ ਨਹੀਂ ਕਰਦੇ, ਤਾਈਓ ਫਲ ਨਹੀਂ ਮਿਲਦਾ ਪੂਰਾ। ਘਰ ਵਾਲੇ ਵੀ ਸੁੱਤੇ ਰਹਿੰਦੇ, ਉਹ ਵੀ ਪਾਠ ਨਹੀਂ ਕਰਦੇ। ਮਹਾਰਾਜ ਦੇ ਹਜ਼ੂਰ ਫੁੱਲ ਚੜਾਉਣੇ ਚਾਹੀਦੇ, ਖੁਸ਼ਬੂ ਛਿੜਕੇ। ਲੋਕ ਕਹਿੰਦੇ ਖੁਸ਼ਬੂ ਦਾ ਕੀ ਫਾਇਦਾ, ਫੁੱਲਾਂ ਦਾ ਕੀ ਫਾਇਦਾ। ਉੱਥੇ ਜਿੱਥੇ ਮਾਹੌਲ ਵਧੀਆ ਬਣਾਉਣਾ ਹੋਵੇ ਉੱਥੇ ਖੁਸ਼ਬੂ ਦੀ ਬਹੁਤ ਲੋੜ ਹੁੰਦੀ ਹੈ। ਮਹਾਰਾਜ ਦੇ ਕਮਰੇ 'ਚ ਗੱਲਾਂ ਦਾ ਸੰਕੋਚ ਹੋਵੇ। ਹਰ ਪ੍ਰਕਾਰ ਦੇ ਅਖੰਡ ਪਾਠ ਨਾਲ ਜਪਜੀ ਸਾਹਿਬ ਦਾ ਪਾਠ ਜ਼ਰੂਰ ਰੱਖਣਾ। ਬਹੁਤੇ ਅਖੰਡ ਪਾਠਾਂ ਨਾਲ ਉਤਨੇ ਹੀ ਜਪਜੀ ਸਾਹਿਬ ਨਹੀਂ ਰੱਖਣੇ, ਨਹੀਂ ਤਾਂ ਇੱਕ ਤਾਂ ਜ਼ਰੂਰ ਰੱਖਣਾ। ਜੇ ਰੱਖ ਸਕਦੇ ਹੋ ਸਾਰਿਆਂ ਨਾਲ ਇੱਕ ਤਾਂ ਜ਼ਿਆਦਾ ਫਾਇਦਾ, ਨਹੀਂ ਤਾਂ ਇੱਕ ਅਖੰਡ ਪਾਠ ਹੋਵੇ, ਭਾਵੇਂ 5 ਅਖੰਡ ਪਾਠ ਹੋਣ, ਭਾਵੇਂ 10 ਹੋਣ, ਇੱਕ ਜਪਜੀ ਸਾਹਿਬ ਦਾ ਜ਼ਰੂਰ ਰੱਖਣਾ ਪਾਠ ਨਾਲ। ਜਪਜੀ ਸਾਹਿਬ ਖਾਸ ਕਰਕੇ ਖੱਬੇ ਪਾਸੇ ਰੱਖਣਾ, ਜਿਸ ਪਾਸੇ ਮਹਾਰਾਜ ਦੇ ਜਪਜੀ ਸਾਹਿਬ ਲਿਖਿਆ ਹੁੰਦਾ। ਜੇ ਖਾਸ ਵਜ੍ਹਾ ਕਰਕੇ ਨਾ ਹੋ ਸਕੇ ਤਾਂ ਦੂਜੇ ਪਾਸੇ ਵੀ ਰੱਖਿਆ ਜਾ ਸਕਦਾ ਹੈ। ਅਰਦਾਸ ਕਰਕੇ ਮੁੱਖ ਵਾਕ ਲੈ ਕੇ ਪਾਠ ਆਰੰਭ ਕਰ ਦੇਣਾ। ਸੰਗਤ ਤੋਂ ਆਗਿਆ ਨਹੀਂ ਮੰਗਣੀ ਕਿ ਆਗਿਆ ਇਹ ਨਹੀਂ ਠੀਕ। ਸੋ ਕਈ ਇਹ ਪਿੱਛੇ ਜੇ ਮਰਿਆਦਾ ਆਪੇ ਪਾਠੀ ਚਲਾ ਲੈਂਦੇ ਹੁੰਦੇ, ਆਪਣੀ ਲੋਕ ਚਲਾਉਂਦੇ ਹੁੰਦੇ ਆ। ਪਹਿਲਾਂ ਇੱਥੇ ਪਟਿਆਲੇ ਵਿੱਚ ਵੀ ਜਾਂ ਹੋਰ ਥਾਵਾਂ ਤੇ ਜਦੋਂ ਰੁਮਾਲਾ ਚੜਾਉਣਾ ਤਾਂ ਪ੍ਰੇਮ ਪਟੋਲਾ ਤੈਸਾ ਦਿੱਤਾ, ਢੱਕਣ ਕੂ ਪਤ ਮੇਰੀ ਰਾਗੀਆਂ ਨੇ ਸ਼ਬਦ ਸ਼ੁਰੂ ਕਰ ਲਏ। ਮੈਂ ਪੁੱਛਿਆ ਇਹ ਸ਼ਬਦ ਦਾ ਅਰਥ ਪਤਾ ਕੀ ਹੈ? ਪ੍ਰੇਮ ਪਟੋਲਾ ਆਪਾਂ ਤਾਂ ਨਹੀਂ ਦਿੱਤਾ, ਉਹਨੇ ਦਿੱਤਾ ਆਪਾਂ ਨੂੰ। ਫਿਰ ਬੰਦ ਕਰਵਾਇਆ। ਫਿਰ ਪਾਠੀ ਸਿੰਘ ਜਿਹੜੇ ਇੱਕ ਵਾਰੀ ਜੱਬਲਪੁਰ ਦੀ ਗੱਲ ਆ, ਉੱਥੇ ਮਿਲਟਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਅਖੰਡ ਪਾਠ ਸਾਹਿਬ ਰੱਖਣਾ ਸੀ, ਪਰ ਆਰੰਭ ਕਰਨਾ ਹੀ ਪਾਠ। ਸੋ ਇਸ ਪ੍ਰਕਾਰ ਇੱਕ ਸਿੰਘ ਸੀ, ਉਹ ਜਦੋਂ ਪਾਠ ਪਰ ਆਰੰਭ ਕਰਨ ਲੱਗਿਆ, ਪਾਠੀ ਤਾਬਿਆ ਬੈਠਾ ਸੀ, ਅਰਦਾਸ ਹੋ ਗਈ, ਸਭ ਕੁਝ ਹੋ ਗਿਆ। ਆਫੀਸਰ ਨੂੰ ਉਸ ਵਕਤ ਸਾਰੇ ਅਫੀਸਰ ਵੀ ਬੈਠੇ, ਸਿਪਾਹੀ ਵੀ ਬੈਠੇ, ਕਹਿੰਦੇ ਸਾਧ ਸੰਗਤ ਜੀ ਆਗਿਆ ਹੈ। ਤੇ ਆਫੀਸਰ ਕਹਿੰਦਾ ਹਲੇ ਕਰਨਲ ਸਾਹਿਬ ਨੇ ਆਉਣਾ, ਹਲੇ ਠਹਿਰ ਜੋ, ਬ੍ਰਿਗੇਡੀਅਰ ਸਾਹਿਬ ਨੇ ਆਉਣਾ, ਠਹਿਰ ਜੋ। ਉਹ 15 ਮਿੰਟ ਤੱਕ ਉੱਥੇ ਪਾਠੀ ਬੈਠਾ ਰਿਹਾ। 15 ਮਿੰਟਾਂ ਬਾਅਦ ਜਾ ਕੇ ਕਿਤੇ ਫਿਰ ਉਹ ਆਏ ਅਫਸਰ, ਤਾਂ ਪਾਠ ਆਰੰਭ ਕੀਤਾ। ਫਿਰ ਉਹ ਗ੍ਰੰਥੀ ਸਿੰਘ ਦੂਜਾ ਜਿਹੜਾ ਸਿਆਣਾ ਇੱਕ ਹੋਰ ਸੀ, ਉਹ ਕਹਿੰਦਾ ਨਹੀਂ ਇਹ ਨਹੀਂ ਹੋ ਸਕਦਾ, ਹੁਣ ਦੁਬਾਰਾ ਅਰਦਾਸ ਹੋਊਗੀ। ਇਸ ਕਰਕੇ ਸਾਧ ਸੰਗਤ ਤੋਂ ਆਗਿਆ ਲੈਣ ਦੀ ਲੋੜ ਨਹੀਂ। ਜਦੋਂ ਆਪਾਂ ਅਰਦਾਸ ਕਰਕੇ ਗੁਰੂ ਮਹਾਰਾਜ ਦੀ ਆਗਿਆ ਲੈ ਲਈ, ਬਸ ਇਹਦੋਂ ਅੱਗੇ ਹੋਰ ਕੋਈ ਆਗਿਆ ਨਹੀਂ ਹੁੰਦੀ, ਤੇ ਨਾ ਹੀ ਬਾਅਦ 'ਚ ਕੋਈ ਗੱਲ ਕਰਨੀ ਹੈ। ਤੇ ਬਸ ਇੱਕੋ ਓੰਕਾਰ ਤੋਂ ਪਾਠ ਆਰੰਭ ਕਰਨਾ।
ਹਰ ਪਾਠ ਤੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਸ਼ਾਮ ਨੂੰ ਰਹਿ ਰਾਸ ਤੇ ਕੀਰਤਨ ਸੋਹਲੇ ਦਾ ਪਾਠ ਕਰਨਾ ਚਾਹੀਦਾ। ਭੋਗ ਪਾਉਣ ਵਕਤ ਤੇ ਅਰਦਾਸ ਵਕਤ ਮਹਾਰਾਜ ਜੀ ਦੇ ਉੱਤੇ ਚੌਰ ਹੁੰਦਾ ਰਹੇ। ਖੜੇ ਹੋ ਕੇ ਸਾਰਿਆਂ ਨੇ ਅਰਦਾਸ ਸੁਣਨੀ, ਇੱਕ ਸਿੰਘ ਨੇ ਅਰਦਾਸ ਕਰਨੀ ਹੈ। ਹਰ ਪਾਠ ਦੇ ਭੋਗ ਤੇ ਮਹਾਰਾਜ ਜੀ ਦੀ ਭੇਟਾ ਸੁੰਦਰ ਮਾਲਾ ਪੁਸ਼ਾਕਾ ਕਰੇ। ਹਰ ਪਾਠ ਦੇ ਆਦ ਮੱਧ ਅੰਤ ਕੜਾਹ ਪ੍ਰਸ਼ਾਦ ਕਰਨਾ ਸਿਰਫ ਸਧਾਰਨ ਪਾਠ ਤੇ ਸਧਾਰਨ ਮਿਰਤਕ ਦੇ ਮੱਧ ਵਿੱਚ ਨਹੀਂ ਕੀਤਾ ਜਾਂਦਾ ਹੈ। ਇਹ ਧਿਆਨ ਰੱਖਣਾ, ਸਿਰਫ ਸਧਾਰਨ ਪਾਠ ਤੇ ਸਧਾਰਨ ਮਿਰਤਕ ਦੇ ਮੱਧ ਵਿੱਚ ਨਹੀਂ ਕੜਾਹ ਪ੍ਰਸ਼ਾਦ ਬਣਾਉਂਦੇ। ਪਾਠ ਦੇ ਆਰੰਭ ਵਕਤ ਤੇ ਭੋਗ ਪੈਣ ਤੋਂ ਬਾਅਦ ਕੀਰਤਨ ਹੋਵੇ। ਭੋਗ ਪਾ ਕੇ ਆਰਤੀ ਕਰਨੀ, ਆਰਤੀ ਦੇ ਭਾਵ ਸ਼ਬਦ ਪੜ੍ਹਨੇ। ਸੰਪਟ ਅਖੰਡ ਪਾਠ ਤੇ ਕੜਾਹ ਪ੍ਰਸ਼ਾਦ ਰੋਜ਼ ਕਰਨਾ ਤੇ ਸਧਾਰਨ ਸੰਪਟ ਤੇ ਰੋਜ਼ਾਨਾ ਆਰੰਭ ਮੱਧ ਅਤੇ ਭੋਗ ਸਮੇਂ 3 ਵਾਰੀ ਹੋ ਸਕਦੀ ਹੈ। ਹਰ ਇੱਕ ਪਾਠ ਉੱਚੀ ਸੁਰ ਨਾਲ ਪੜ੍ਹਨਾ। ਹਰ ਪਾਠ ਤੇ ਕੁੰਭ, ਧੂਪ, ਨਰੇਲ, ਜੋਤ, ਫੁੱਲ ਆਦਿ ਜ਼ਰੂਰ ਰੱਖਣੇ ਆ। ਭੋਗ ਪੈਣ ਵਕਤ 1.25 ਰੁਪਈਆ ਮਹਾਰਾਜ ਦੀ ਭੇਟਾ ਕਰਨਾ ਪੁਰਾਣੇ ਸਮੇਂ ਤੇ ਹੁੰਦਾ ਸੀ, ਹੁਣ 5 ਰੁਪਏ ਕਰ ਦਿਓ, 10 ਕਰ ਦਿਓ। ਜੋ ਸਰੂਪ ਦੇ ਨਾਲ ਜਾਏ ਸਗੋਂ 5 ਰੁਪਏ ਚਾਹੀਦੇ ਜਾਂ 51 ਰੁਪਏ 101 ਰੁਪਈਆ ਚਾਹੀਦਾ ਹੈ। ਕੜਾਹ ਪ੍ਰਸ਼ਾਦ ਮਹਾਰਾਜ ਜੀ ਦੇ ਸਾਹਮਣੇ ਸੱਜੇ ਹੱਥ ਰੱਖਣਾ ਹੈ ਤੇ ਸੰਪੂਰਨ ਆਨੰਦ ਸਾਹਿਬ ਦਾ ਪਾਠ ਕਰਨਾ ਹੈ। ਦੇਗ ਠੰਡੀ ਕਰਕੇ ਭੋਗ ਲਾਉਣਾ ਹੈ, ਗਰਮ ਪ੍ਰਸ਼ਾਦ ਨੂੰ ਭੋਗ ਨਹੀਂ ਲਾਉਣਾ। ਭੋਗ ਪਾਉਣਾ ਸ਼ੁਰੂ ਕਰਨ ਤੇ ਅਰਦਾਸ ਕਰਨ ਵਕਤ ਕੜਾਹ ਪ੍ਰਸ਼ਾਦ ਤੇ ਰਮਾਲਾ ਪਾ ਦੇਣਾ। ਪ੍ਰਸ਼ਾਦ ਦੇ ਤਾਬਿਆਂ ਮੂਲ ਮੰਤਰ ਪੜ੍ਹਦੇ ਰਹਿਣਾ। ਭੋਗ ਲਾਉਣ ਵਕਤ ਪ੍ਰਸ਼ਾਦ ਦੇ ਵਿੱਚ ਖੁਰਚਨਾਦ ਕੋਈ ਚੀਜ਼ ਨਾ ਹੋਵੇ। 23ਵੀਂ ਮਰਿਆਦਾ ਹਰ ਪਾਠ ਦੇ ਭੋਗ ਪੈਣ ਤੇ ਕੀਰਤਨ ਤੇ ਆਰਤੀ ਉਚਾਰੇ ਸੋ ਬਿਨਾਂ ਮਿਰਤਕ ਪਹਿਲੀ ਵਾਰ ਦਾ ਆਰਤੀ ਦੇ ਸ਼ਬਦ ਹੀ ਪੜ੍ਹਨੇ ਹਨ, ਦੀਵੇ ਨਹੀਂ ਬਾਲਣੇ। ਇਹ ਧਿਆਨ ਰੱਖਣਾ, ਸਿਰਫ ਆਰਤੀ ਦੇ ਸ਼ਬਦ ਪੜ੍ਹਨੇ। ਆਰਤੀ ਬਣੀ ਇਸੇ ਕਰਕੇ ਹੀ ਆ। ਮਹਾਰਾਜ ਦੇ ਪ੍ਰਕਾਸ਼ ਵਾਲੀ ਥਾਂ ਪੱਕੀ ਹੋਵੇ ਤੇ ਇਸ਼ਨਾਨ ਕਰਾਇਆ ਜਾਏ, ਜੇ ਕੱਚੀ ਹੋਵੇ ਤਾਂ ਮਿੱਟੀ ਦਾ ਪੋਚਾ ਫੇਰਿਆ ਜਾਏ। ਗੋਹਾ ਆਦਿਕ ਨਹੀਂ ਵਰਤਣਾ, ਫਿਰ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਵੇ। ਦੀਵਾ ਘਿਓ ਦਾ ਜਗਾਉਣਾ, ਫੁੱਲ ਚੜਾਉਣੇ, ਕਿਉੜਾ ਛਿੜਕਣਾ। 25ਵੀਂ ਮਰਿਆਦਾ ਮਹਾਰਾਜ ਦਾ ਕਮਰਾ ਬਸਤਰਾਂ ਕਰਕੇ ਸਜਾ ਕੇ ਰੱਖਣਾ, ਸਫਾਈ ਰੱਖਣੀ। 26ਵੀਂ ਮਰਿਆਦਾ ਪਾਠੀ ਸਿੰਘ ਕਸੁੰਬੇ ਲਾਲ ਬਸਤਰ ਨਾ ਪਹਿਨਣ, ਬ੍ਰਹਮਚਾਰੀ ਧਾਰੇ, ਕਸੁੰਬੇ ਰੰਗ ਦਾ ਪੋਸ਼ਾਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾ ਚੜਾਵੇ। 27ਵੀਂ ਮਰਿਆਦਾ ਪਾਠ ਕਰਨ ਵਕਤ ਸਦਾ ਮੰਜੀ ਸਾਹਿਬ ਤੋਂ ਪਿੱਛੇ ਬੈਠੇ। ਮੰਜੀ ਸਾਹਿਬ ਦੇ ਥੱਲੇ ਪੈਰ ਨਾ ਹੋਣ ਤੇ ਉੱਤੇ ਕੂਣੀਆਂ ਅਰਕਾਂ ਆਦਿਕ ਰੱਖ ਕੇ ਨਾ ਬੈਠੇ। ਪੱਤਰਿਆਂ ਤੇ ਹੱਥ ਨਾਲ ਰੱਖੇ, ਲੋੜ ਪੈਣ ਤਾਂ ਰੁਮਾਲਾ ਰੱਖ ਲੈਣਾ। ਪੱਤਰਾ ਸਦਾ ਸੱਜੇ ਹੱਥ ਨਾਲ ਉੱਪਰਲੇ ਪਾਸੇ ਤੋਂ ਉਲਟਾਉਣਾ। 28ਵੀਂ ਮਰਿਆਦਾ ਮਹਾਰਾਜ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਪੋਥੀਆਂ ਆਦਿ ਲਿਖ ਕੇ ਮੁਫਤ ਸੇਵਾ ਕਰਨੀ, ਗੁਰਪੁਰੀ ਦੀ ਪ੍ਰਾਪਤੀ ਹੁੰਦੀ ਹੈ। 29ਵੀਂ ਮਰਿਆਦਾ ਅਖੰਡ ਪਾਠ 16 ਪਹਿਰਾਂ ਦੇ ਅੰਦਰ ਕਰਨਾ। ਮਿਰਤਕ ਪਾਠ 10ਵੇਂ ਦਿਨ ਹੀ, ਸਪਤਾਹਕ ਪਾਠ ਦਾ 7ਵੇਂ ਦਿਨ ਭੋਗ ਪਾਉਣਾ, ਬਾਕੀ ਜਦੋਂ ਖੁਸ਼ੀ ਹੋਵੇ ਭੋਗ ਪਾਉਣਾ। 30ਵੀਂ ਮਰਿਆਦਾ ਹਰ ਇੱਕ ਪਾਠ ਰੱਖਣ ਵਾਸਤੇ ਜਗ੍ਹਾ ਸਾਫ਼ ਹੋਵੇ। ਲੇਪ ਮਿੱਟੀ ਦਾ ਕਰਨਾ, ਜੇ ਪੱਕਾ ਹੋਵੇ ਤਾਂ ਧੋਣਾ। ਥਾਂ ਖੁੱਲੀ ਹੋਵੇ ਜਿੱਥੇ ਹਵਾ ਤੇ ਰੌਸ਼ਨੀ ਆ ਸਕੇ। ਪਾਠ ਆਰੰਭ ਕਰਨ ਵਕਤ ਅਰਦਾਸ ਸਮੇਂ ਤੇ ਭੋਗ ਦੀ ਅਰਦਾਸ ਸਮੇਂ ਸਾਰੇ ਪਾਠੀ ਹਾਜ਼ਰ ਹੋਣ। 32ਵੀਂ ਮਰਿਆਦਾ ਅਖੰਡ ਪਾਠ ਆਰੰਭ ਕਰਨ ਲੱਗਿਆਂ ਪਹਿਲਾਂ ਅਰਦਾਸ ਕਰਨੀ, ਫਿਰ ਹੁਕਮਨਾਮਾ ਲੈਣਾ, ਫਿਰ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਤੋਂ ਆਰੰਭ ਕਰਨਾ। 33ਵੀਂ ਮਰਿਆਦਾ ਹੈ ਮੱਧ ਦੀ ਅਰਦਾਸ 705 ਅੰਗ ਤੇ ਜੈਸਰੀ ਵਾਰ ਦੇ ਆਰੰਭ ਸਮੇਂ ਕਰਨੀ, ਫਿਰ ਭੋਗ ਪਾ ਕੇ 18, 10, 20 ਮਗਰੋਂ ਜਪਜੀ ਸਾਹਿਬ ਦਾ ਪਾਠ ਕਰੋ, ਫਿਰ ਅਰਦਾਸ ਕਰਕੇ ਫਤਿਹ ਬੁਲਾਉਣੀ, ਫਿਰ ਹੁਕਮ ਲੈ ਕੇ ਦੇਗ ਵਰਤਾਉਣੀ। 34ਵੀਂ ਮਰਿਆਦਾ ਹੈਗੀ ਆ ਜਦੋਂ ਵੀ ਤਾਬਿਆ ਜਾਣਾ, ਸਹਿਜ ਪਾਠ ਹੋਵੇ ਚਾਹੇ ਅਖੰਡ ਪਾਠ ਹੋਵੇ ਤਾਂ 5 ਇਸ਼ਨਾਨਾਂ ਗੋਡਿਆਂ ਤੱਕ ਕਰਕੇ ਜਾਣਾ, ਤੇ ਜੰਗਲ ਮੈਦਾਨ ਗਿਆ ਹੋਵੇ ਤਾਂ ਇਸ਼ਨਾਨ ਕਰਕੇ ਸਤਿਗੁਰਾਂ ਦੇ ਤਾਬਿਆ ਜਾਣਾ। ਭਾਵੇਂ ਕੇਸੀ ਇਸ਼ਨਾਨ ਕਰੇ, ਸਾਰੇ ਕੱਪੜੇ ਬਦਲ ਦੇਣੇ, ਗਾਤਰਾ ਵੀ ਧੋਤਾ ਹੋਇਆ ਪਾਇਆ ਹੋਵੇ। ਗੁਰਬਾਣੀ ਦਾ ਜਿਹੜਾ ਅਦਬ ਹੈ ਇਹ ਕਿਸ ਪ੍ਰਕਾਰ ਕਰਨਾ ਹੈ। ਪਹਿਲੀ ਮਰਿਆਦਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ 5ਵੀਂ ਬਾਣੀ ਇਕੱਤਰ ਕਰਨ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਬਾਬਾ ਮੋਹਨ ਜੀ ਪਾਸੋਂ, ਜੋ ਮਹਾਰਾਜ ਜੀ ਦੇ ਮਾਮੇ ਲੱਗਦੇ ਸਨ, ਪੋਥੀਆਂ ਪ੍ਰਾਪਤ ਕਰਨ ਵਾਸਤੇ ਗਲੀ ਵਿੱਚ ਬੈਠ ਕੇ ਬਿਨਾਂ ਵਸਤਰ ਵਿਛਾਏ ਜਸ ਕੀਰਤਨ ਕੀਤਾ ਤੇ ਪੋਥੀਆਂ ਪ੍ਰਾਪਤ ਕੀਤੀਆਂ। ਗੁਰੂ ਸਾਹਿਬ ਨੇ ਆਪ ਅਦਬ ਕੀਤਾ ਹੈ। ਦੂਸਰਾ, ਫੇਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਉਣ ਵਾਸਤੇ ਪੋਥੀਆਂ ਇੱਕ ਪਾਲਕੀ ਵਿੱਚ ਸਥਾਪਨ ਕਰਕੇ ਤੇ ਆਪ ਪੈਦਲ ਨੰਗੇ ਚਰਨੀ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਚੌਰ ਕਰਦੇ ਆਏ। ਇੱਥੋਂ ਸਿੱਖਿਆ ਮਿਲਦੀ ਕਿ ਸਤਿਗੁਰਾਂ ਦੇ ਸਰੂਪ ਨੂੰ ਜਦੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਹੋਵੇ ਤੇ ਘੱਟ ਤੋਂ ਘੱਟ 5 ਸਿੰਘ ਹੋਣ, ਇੱਕ ਚੌਰ ਕਰੇ ਤੇ ਇੱਕ ਅੱਗੇ ਜਲ ਛਿੜਕੇ, ਇੱਕ ਘੰਟੀ ਵਜਾਏ ਤੇ ਸ਼ਬਦ ਪੜ੍ਹਦੇ ਨੰਗੇ ਚਰਨੀ ਸਾਰਿਆਂ ਨੇ ਜਾਣਾ, ਜੋੜਾ ਕਦੇ ਨਹੀਂ ਵੀ ਪਹਿਰਨਾ। ਪੋਥੀਆਂ 68 ਤੀਰਥ ਤੇ ਬਿਰਾਜਮਾਨ ਕਰਕੇ ਸਤਿਗੁਰਾਂ ਨੇ ਹਜ਼ੂਰੀ ਵਿੱਚ ਸਾਰੀ ਰਾਤ ਸਤਿਕਾਰ ਸਹਿਤ ਕੀਰਤਨ ਕੀਤਾ। ਚੌਥਾ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਚੌਹਾਂ ਪਾਤਸ਼ਾਹਾਂ ਦੀ ਬਾਣੀ ਤੇ ਆਪਣੀ ਬਾਣੀ ਤੇ ਭਗਤਾਂ ਦੀ ਬਾਣੀ ਭਾਈ ਗੁਰਦਾਸ ਜੀ ਪਾਸੋਂ ਲਿਖਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ, ਜੋ ਭਾਦਰੋਂ ਸੁਦੀ ਏਕਮ ਸੰਮਤ 1661 ਬਿਕਰੀ ਨੂੰ ਪਹਿਲੇ ਦਿਨ ਸ੍ਰੀ ਰਾਮਸਰ ਤੋਂ ਚੌਰ ਕਰਦੇ ਹੋਏ ਲਿਆ ਕੇ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ।
ਪਹਿਲਾ ਗ੍ਰੰਥੀ ਸਾਹਿਬ ਬਾਬਾ ਬੁੱਢਾ ਜੀ ਸਾਹਿਬ ਦੇ ਤਾਈਂ ਥਾਪਿਆ ਤੇ ਸੇਵਾ ਵਾਸਤੇ ਬਾਬਾ ਜੀ ਮਹਾਰਾਜ ਤਾਬਿਆ ਬੈਠਦੇ ਤੇ ਚੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਦੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਦਿਨ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੰਗਤ ਵਿੱਚ ਬੈਠਣਾ ਸ਼ੁਰੂ ਕੀਤਾ। ਚੌਰ ਆਪਣੇ ਤੇ ਨਹੀਂ ਕਰਵਾਇਆ, ਸੰਗਤਾਂ ਦੇ ਨਾਲ ਵਿਛਾਈ ਤੇ ਬੈਠਦੇ ਰਹੇ। ਆਪ ਜੀ ਨੇ ਸਤਿਕਾਰ ਤੇ ਅਦਬ ਕਰਕੇ ਸਾਨੂੰ ਸਿੱਖਿਆ ਦਿੱਤੀ ਹੈ। ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ। ਇਹ 1407 ਅੰਗ ਦੇ ਭੱਟਾਂ ਦੇ ਸਵਈਆਂ ਚ ਉਚਾਰਨ ਕੀਤਾ ਹੈ। ਕੋਠਾ ਸਾਹਿਬ ਵਾਲੇ ਸਥਾਨ ਤੇ ਮਹਾਰਾਜ ਜਿੱਥੇ ਹੁਣ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਸਰੂਪ ਬਿਰਾਜਮਾਨ ਹੁੰਦੇ ਨੇ, ਥੱਲੇ ਚਿੱਟਾ ਕੱਪੜਾ ਤਾਈਂ ਵਿਛਾਇਆ ਹੋਇਆ। ਰਾਤ ਨੂੰ ਬਿਰਾਜਮਾਨ ਕਰਨ ਵਕਤ ਸ੍ਰੀ ਅਕਾਲ ਤਖਤ ਸਾਹਿਬ ਵਾਲੀ ਕੋਠੜੀ ਸਾਹਿਬ ਜੀ ਜਿੱਥੇ ਆਪ ਜੀ ਬਿਰਾਜਮਾਨ ਹੁੰਦੇ ਸਨ, ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਲੰਘ ਤੇ ਬਿਰਾਜਮਾਨ ਕਰਦੇ ਤੇ ਆਪ ਇੱਕ ਚਾਦਰ ਵਿਛਾ ਕੇ ਪਲੰਘ ਦੇ ਥੱਲੇ ਭੂਮ ਆਸਣ ਤੇ ਬਿਰਾਜਦੇ ਰਹੇ। ਹੁਣ ਵੀ ਉਹੀ ਮਰਿਆਦਾ ਤੇ ਪਲੰਘ ਸਾਹਿਬ ਦੇ ਥੱਲੇ ਸਤਿਗੁਰਾਂ ਦੀ ਇੱਕ ਦਰੀ ਤੇ ਚਾਦਰ ਵਿਛਾਈ ਜਾਂਦੀ ਯਾਦ ਦੇ ਵਿੱਚ। ਛੇਵੀਂ ਗੱਲ ਹੈ, ਛੇਵਾਂ ਬਚਨ ਕਰਦੇ ਨੇ, ਇਸ ਪ੍ਰਕਾਰ ਇੱਕ ਸਮੇਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਪਲੰਘ ਤੇ ਬਿਰਾਜਮਾਨ ਸਨ ਤੇ ਕਾਬਲਾਤ ਤੋਂ ਸੰਗਤ ਆਈ ਤੇ ਥੱਲੇ ਬੈਠ ਕੇ ਕੀਰਤਨ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਸੁਣ ਕੇ ਝੱਟ ਛੇਤੀ ਉੱਠਣ ਕਾਰਨ ਗੋਡੇ ਤੇ ਪਲੰਘ ਨਾਲ ਸੱਟ ਵੱਜ ਗਈ। ਸਿੱਖਾਂ ਦੇ ਪੁੱਛਣ ਤੇ ਕਿਹਾ ਕਿ ਕੀਰਤਨ ਹੁੰਦੇ ਪਲੰਘ ਤੇ ਬੈਠਣਾ ਕੀਰਤਨ ਦਾ ਅੱਧ ਵਿੱਚ ਬੜਾ ਭਾਰੀ ਫਰਕ ਪੈਂਦਾ ਹੈ। ਗੁਰਬਾਣੀ ਦਾ ਸਤਿਕਾਰ ਅਸੀਂ ਨਾ ਕਰਾਂਗੇ ਫਿਰ ਸੰਗਤਾਂ ਕਿਵੇਂ ਕਰਨਗੀਆਂ। ਇਹ ਸਤਿਕਾਰ ਮਹਾਰਾਜ ਨੇ ਆਪ ਕਰਕੇ ਸਾਨੂੰ ਸਿੱਖਿਆ ਦਿੱਤੀ। ਸਾਨੂੰ ਇਹਨਾਂ ਸਿੱਖਿਆਵਾਂ ਨੂੰ ਮੰਨਣਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਲੈ ਜਾਣ ਵਾਸਤੇ ਨੰਗੇ ਪੈਰੀਂ ਚੌਰ ਕਰਦੇ ਹੋਏ ਪਾਣੀ ਛਿੜਕਦੇ ਹੋਏ ਜਾਣਾ ਚਾਹੀਦਾ। ਘੱਟ ਤੋਂ ਘੱਟ 5 ਸਿੰਘ ਨਾਲ ਜ਼ਰੂਰ ਹੋਣ। ਮਹਾਰਾਜ ਦੇ ਕਮਰੇ ਵਿੱਚ ਹਮੇਸ਼ਾ ਭੁੰਜੇ ਸੌਣਾ ਚਾਹੀਦਾ। ਮਹਾਰਾਜ ਦੇ ਤਖਤ ਅਤੇ ਸਾਹਮਣੇ ਕਿਤੇ ਵੀ ਗੱਦੀ ਲਾ ਕੇ ਨਹੀਂ ਬੈਠਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਖਤ ਤਿਆਰ ਕਰਕੇ ਮੰਜੀ ਸਾਹਿਬ ਥੱਲੇ ਇੱਕ ਵਾਧੂ ਕੱਪੜਾ ਵਿਛਾਉਣਾ ਚਾਹੀਦਾ। ਗ੍ਰੰਥੀ ਸਿੰਘ ਥੱਲੇ ਇੱਕ ਕੱਪੜਾ ਘੱਟ ਹੋਵੇ, ਇਹ ਧਿਆਨ ਰੱਖਣਾ। ਮਹਾਰਾਜ ਦੇ ਹਜ਼ੂਰ ਸਿਰਫ ਕੀਰਤਨ ਦੇ ਥੱਲੇ ਇੱਕ ਕੱਪੜਾ ਵਿਛਾਇਆ ਜਾ ਸਕਦਾ ਹੈ ਤੇ ਜਾਂ ਮਹਾਰਾਜ ਦੀ ਬਾਣੀ ਦੀਆਂ ਪੋਥੀਆਂ ਆਦਿਕ ਥੱਲੇ ਹੋਰ ਕਿਤੇ ਨਹੀਂ ਕੱਪੜਾ ਵਿਛਾਉਣਾ। ਜਿਸ ਜਗ੍ਹਾ ਕੀਰਤਨ ਹੁੰਦਾ ਹੋਵੇ ਸਾਹਮਣੇ ਮੰਜੇ ਤੇ ਨਹੀਂ ਬੈਠਣਾ। ਜਿੱਥੇ ਸੰਗਤ ਬੈਠੀ ਹੋਵੇ ਸਾਹਮਣੇ ਮੰਜੇ ਤੇ ਨਹੀਂ ਬੈਠਣਾ। ਲੰਗਰ ਛਕਦੀ ਹੋਵੇ ਸੰਗਤ ਤਾਂ ਵੀ ਮੰਜੇ ਤੇ ਨਹੀਂ ਬੈਠਣਾ।